ਸ੍ਰੀ ਵਾਹਿਗੁਰੂ ਸਾਹਿਬ ਜੀ। ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ। ਪਾਪ ਕਮਾਵੰਦਿਆਂ ਤੇਰਾ ਕੋਈ ਨਾ ਵੇਲੀ ਰਾਮ। ਕੋਈ ਨਾ ਵੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵੇ। ਤਰਵਰ ਵਿਛੁੰਨੇ ਨਾ ਪਾਤ ਜੁਰਤੇ ਜਬ ਮਗ ਗੋਣ ਇਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ। ਕਕਰ ਚੁਗਨ ਥਲ ਵਸਨ ਰਬ ਨਾ ਛੋਡਨ ਪਾਸ। ਫਰੀਦਾ ਰੁੱਤ ਫਿਰੀ ਵਣ ਕੰਬਿਆ ਪਤ ਝੜੇ ਝੜ ਪਾਹੇ। ਚਾਰੇ ਕੁੰਡਾ ਢੂੰਡੀਆਂ ਰਹਿਣ ਕਿਥਾਉ ਨਾਹੀਂ। ਚਾਰੇ ਕੁੰਡਾ ਢੂੰਡੀਆਂ ਰਹਿਣ ਕਿਥਾਉ ਨਾਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ वाणी के बोहित परथक हर धन धन साहिब श्री गुरु ग्रंथ साहब महाराज जी दी पावन पवित्र ਹਜ਼ੂਰੀ ਦੇ ਵਿੱਚ ਸਬਾਇਮਾਨ ਹੋਏ ਬੈਠੇ ਸਤਸੰਗੀ ਜਨੋ, ਸਾਹਿਬਾਨ ਨੇ ਕਿਰਪਾ ਕੀਤੀ ਹੈ ਸੰਧਿਆ ਵੇਲੇ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਾਗਾਂ ਵਾਲੇ ਨੇ ਉਹ ਸਾਰੇ ਗੁਰਮੁਖ ਜਨ, ਗੁਰੂ ਕੇ ਪਿਆਰੇ, ਜਿਹੜੇ ਹਰ ਰੋਜ਼ ਆਪਣੇ ਜੀਵਨ ਦਾ ਕੁਝ ਸਮਾਂ ਉਸ ਦਾਤੇ ਦੀ ਯਾਦ ਵਿੱਚ ਬਤੀਤ ਕਰਦੇ ਹਨ।
ਜਿਸ ਪ੍ਰਭੂ ਨੇ ਸਾਨੂੰ ਇਹ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ। ਸੰਸਾਰ ਦੇ ਵਿੱਚ ਐਸੇ ਵੀ ਲੋਕ ਨੇ ਜਿਹੜੇ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਤੇ ਇਹ ਮਨੁੱਖੀ ਸਰੀਰ ਲੈ ਕੇ ਵੀ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ। ਜਿਵੇਂ ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਪਾਵਨ ਵਚਨ ਕੀਤੇ, ਸਤਿਗੁਰ ਆਖਦੇ ਨੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਸਰੀਰ ਨੂੰ ਪੁੱਛ ਰਹੇ ਨੇ, ਸਰੀਰ ਨਾਲ ਗੱਲਬਾਤ ਕਰ ਰਹੇ ਨੇ, ਹੇ ਮੇਰੇ ਸਰੀਰ, ਤੂੰ ਸੰਸਾਰ ਦੇ ਵਿੱਚ ਆਇਆ, ਸੰਸਾਰ ਦੇ ਵਿੱਚ ਆ ਕੇ ਕੀ ਕੰਮ ਕੀਤਾ? ਇੱਥੇ ਇਸ਼ਾਰਾ ਹੈ ਵੀ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕੰਮ ਕੀਤਾ ਕਿ ਨਹੀਂ ਕੀਤਾ। ਤੂੰ ਕਿਹੜਾ ਕਿਹੜਾ ਕੰਮ ਕੀਤਾ? ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਦੋਂ ਦਾ ਤੂੰ ਸੰਸਾਰ ਦੇ ਵਿੱਚ ਆਇਆ ਹੈ ਸਰੀਰ, ਤੂੰ ਕੀ ਕੰਮ ਕੀਤਾ ਹੈ? ਮਹਾਰਾਜ ਕਹਿੰਦੇ ਹੋਰ ਤਾਂ ਪਤਾ ਨਹੀਂ ਵੀ ਕਿਹੜਾ ਕੰਮ ਤੂੰ ਕੀਤਾ ਹੈ, ਪਰ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਇਹ ਹੋਰ ਕੰਮ ਦਾ ਤੇ ਪਤਾ ਨਹੀਂ, ਦੀ ਰਚਨਾ ਕੀਤੀ ਹੈ, ਸਰੀਰ ਨੂੰ ਬਣਾਇਆ ਹੈ, ਉਸ ਮਨ ਵਿੱਚ ਨਹੀਂ ਵਸਾਇਆ। ਆਪਾਂ ਵੀ ਸਾਰੇ ਝਾਤ ਮਾਰੀਏ ਕਿ ਜਿਸ ਪ੍ਰਭੂ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਹੈ, ਭਾਈ ਗੁਰਸਿੱਖੋ, ਕਿ ਉਹ ਦਾਤਾ ਮਨ ਵਿੱਚ ਵਸਾਇਆ ਕਿ ਨਹੀਂ। ਆਪਣੇ ਮਨ ਨਾਲ ਗੱਲਾਂ ਕਰੀਏ, ਆਪਣੇ ਸਰੀਰ ਕੋਲੋਂ ਪੁੱਛੀਏ ਵੀ ਉਸ ਰੱਬ ਨੇ ਤੈਨੂੰ ਘੜਿਆ, ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ। ਪੁੱਛੀਏ ਆਪਣੇ ਮਨ ਨੂੰ ਨਾਲ ਕਿ ਜਿਸ ਪਰਮਾਤਮਾ ਨੇ ਰਚਨਾ ਕੀਤੀ ਹੈ, ਹੇ ਮਨਾ, ਤੂੰ ਆਪਣੇ ਮੂਲ ਨੂੰ ਪਹਿਚਾਣਿਆ ਹੈ ਕਿ ਨਹੀਂ ਪਹਿਚਾਣਿਆ? ਕਿਉਂਕਿ ਸਤਿਗੁਰ ਦੀ ਬਾਣੀ ਆਖਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨੂੰ ਕਿਹਾ ਜਾ ਰਿਹਾ ਵੀ ਆਪਣੇ ਮੂਲ ਦੀ ਪਹਿਚਾਣ ਕਰ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹੇ ਮਨਾ, ਤੇਰੇ ਨਾਲ ਰੱਬ ਜੀ ਰਹਿੰਦੇ ਹਨ। ਕਦੀ ਅਨੁਭਵ ਕੀਤਾ ਰੱਬ ਜੀ ਤੇਰੇ ਘਰ 'ਚ ਰਹਿੰਦੇ ਹੈ, ਤੇਰੇ ਨਾਲ ਰਹਿੰਦੇ ਨੇ? ਖਿਆਲ ਕਰਨਾ, ਰੱਬ ਦਾ ਹਿਰਦੇ ਵਿੱਚ ਰਹਿਣਾ ਔਰ ਮਨ ਦਾ ਵੀ ਹਿਰਦੇ ਵਿੱਚ ਰਹਿਣਾ, ਔਰ ਮਨ ਨੂੰ ਇਹ ਕਹਿਣਾ ਕਿ ਤੂੰ ਜੋਤ ਸਰੂਪ ਹੈ। ਇੱਕੋ ਹੀ ਘਰ ਵਿੱਚ ਦੋ ਜਣੇ ਰਹਿਣ ਪਰ ਇੱਕ ਦੂਜੇ ਦੀ ਵਾਕਫੀਅਤ ਨਾ ਹੋਣੀ, ਤਾਂ ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਮਨ ਹੈ ਉਸ ਪ੍ਰਭੂ ਤੋਂ ਕਿਤਨਾ ਅਣਜਾਣ ਹੈ। ਦੇਖੋ, ਰੱਬ ਨੂੰ ਵਾਕਫੀਅਤ ਹੈ ਸਾਡੇ ਮਨ ਦੀ, ਉਹ ਸਾਡੇ ਮਨ ਦੇ ਅੰਦਰ ਦੀ ਜਾਣਦਾ, ਸਗੋਂ ਘਟ ਘਟ ਕੇ ਪਟ ਪਟ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਪਰ ਮਨ ਉਸ ਬਾਰੇ ਬਿਲਕੁਲ ਅਣਜਾਣ ਹੈ। ਇੱਕੋ ਹੀ ਘਰ 'ਚ ਰਹਿ ਰਹੇ ਦੋਨੋਂ। ਸੋ ਸਤਿਗੁਰ ਕਹਿੰਦੇ, ਜਿਸ ਹਰੀ ਪਰਮਾਤਮਾ ਨੇ ਤੇਰੀ ਰਚਨਾ ਕੀਤੀ, ਤੈਨੂੰ ਸਾਜਿਆ, ਸ਼ਿੰਗਾਰਿਆ, ਸਵਾਰਿਆ, ਉਸ ਨੂੰ ਤੂੰ ਆਪਣੇ ਮਨ ਵਿੱਚ ਕਿਉਂ ਨਹੀਂ ਵਸਾਇਆ? ਇਸ ਦਾ ਅਰਥ ਹੈ ਕਿ ਅਸੀਂ ਉਸ ਨੂੰ ਮਨ ਵਿੱਚ ਵਸਾਉਣਾ ਹੈ, ਆਪਣੇ ਖਿਆਲਾਂ ਵਿੱਚ, ਆਪਣੇ ਫੁਰਨਿਆਂ ਵਿੱਚ, ਆਪਣੀ ਯਾਦ ਵਿੱਚ ਰੱਖਣਾ ਹੈ। ਅੱਜ ਉਹੀ ਵਿਚਾਰਧਾਰਾ ਬਾਬਾ ਫਰੀਦ ਜੀ ਨੇ ਬਖਸ਼ੀ ਹੈ ਕਿ ਜੇ ਹੇ ਮਨੁੱਖ ਤੂੰ ਐਸਾ ਨਹੀਂ ਕਰ ਰਿਹਾ ਤਾਂ ਤੇਰੇ ਨਾਲੋਂ ਜੰਗਲ ਦੇ ਪੰਛੀ ਚੰਗੇ ਨੇ, ਜਿਹੜੇ ਧਰਤੀ 'ਤੇ ਰਹਿੰਦੇ ਹਨ, ਜੰਗਲ ਦੇ ਵਿੱਚੋਂ ਕੰਕੜ ਪੱਥਰ ਚੁਗਦੇ ਹਨ,
ਅਤੇ ਉਸ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਦੇ ਹਨ, ਰੱਬ ਨੂੰ ਭੁਲਾਉਂਦੇ ਨਹੀਂ ਹਨ। ਭਾਵ ਕਿ ਉਹ ਰੋੜ ਚੁੱਕੇ ਵੀ ਆਪਣਾ ਗੁਜ਼ਾਰਾ ਕਰ ਲੈਂਦੇ ਹਨ, ਕੱਕਰ ਚੁੱਕੇ ਵੀ ਗੁਜ਼ਾਰਾ ਕਰ ਲੈਂਦੇ ਹਨ, ਪਰ ਉਹਨਾਂ ਨੇ ਰੱਬ ਨੂੰ ਨਹੀਂ ਭੁਲਾਇਆ। ਹੇ ਮਨੁੱਖ, ਤੂੰ ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ? ਸਾਨੂੰ ਇਹ ਪ੍ਰੇਰਨਾ ਬਾਬਾ ਫਰੀਦ ਜੀ ਬਖਸ਼ਿਸ਼ ਕਰ ਰਹੇ ਹਨ ਕਿ ਤੂੰ ਰੱਬ ਨੂੰ ਚੇਤੇ ਕਰ। ਦਾਤ ਤੇਰੇ ਕੋਲ ਘੱਟ ਹੋਵੇ ਵੱਧ ਹੋਵੇ, ਪਰ ਉਸ ਰੱਬ ਦਾ ਸਿਮਰਨ, ਉਸਦੀ ਬੰਦਗੀ, ਉਸਦੀ ਯਾਦ ਨਾ ਛੱਡ। ਸੋ ਆਓ ਅੱਜ ਇਸ ਵਿਸ਼ੇ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ। ਆਪ ਸਾਰਿਆਂ ਨੇ ਪਿਆਰ ਬਖਸ਼ਣਾ ਜੀ। ਸਾਹਿਬਾਂ ਨੂੰ ਆਪਣਾ ਅਕੀਦਾ ਜਿਹੜਾ ਉਹ ਭੇਟ ਕਰੋ, ਝੁਕਾਓ ਸੀਸ। ਜਿੱਥੇ ਵੀ ਬੈਠੇ ਹੋ ਧਿਆਨ ਗੁਰੂ ਚਰਨਾਂ ਵਿੱਚ ਜੋੜੋ, ਆਪਣੇ ਰਸਨਾਂ ਨੂੰ ਪਵਿੱਤਰ ਕਰੋ। ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਸੰਸਾਰ ਦੇ ਵਿੱਚ ਆਇਆ ਹੈ, ਔਰ ਜਦੋਂ ਇਹ ਗੱਲ ਵੀ ਬਾਬਾ ਫਰੀਦ ਜੀ ਨੇ ਪਿਛਲੇ ਸ਼ਲੋਕ ਵਿੱਚ ਸਮਝਾ ਦਿੱਤੀ ਹੈ ਕਿ ਸਾਡੇ ਤ੍ਰੈਮਣ ਦਿਓਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਅਸੂਨੀ ਬਨ, ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ, ਵੇਖੋ ਬੰਦਾ ਚੱਲਿਆ ਚੋਹ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਬਾਬਾ ਫਰੀਦ ਜੀ ਸਮਝਾ ਰਹੇ ਨੇ ਕਿ ਜਿਹੜੇ ਕਿ ਤੂੰ ਦੁਨੀਆ ਵਿੱਚ ਅਮਲ ਕੀਤੇ, ਉਹੀ ਦਰਗਾਹ ਵਿੱਚ ਕੰਮ ਆਉਣੇ ਨੇ। ਇੱਕ ਗੁਸਤਾਖੀ ਦੀ ਮਾਫੀ ਦੇਣਾ ਮੈਨੂੰ। ਤੁਸੀਂ ਰੱਬ ਦੀ ਬੰਦਗੀ ਦੇ ਨਾਂ ਤੇ, ਪਾਠ ਦੇ ਨਾਂ ਤੇ, ਹੋਰ ਬਹੁਤ ਸਾਰੇ ਧਾਰਮਿਕ ਕੰਮ ਤੁਸੀਂ ਕਰਦੇ ਹੋ। ਕਿੰਨਾ ਚਿਰ ਕਰਦੇ ਹੋ? ਉਹਨਾਂ ਸਾਰੇ ਕੰਮਾਂ ਦੀ ਜਿਹੜੀ ਕੀਮਤ ਹੈ ਉਹ ਉਦੋਂ ਪੈਣੀ ਹੈ ਜਦੋਂ ਕਿ ਅਸੀਂ ਉਹਨਾਂ ਕੰਮਾਂ ਨੂੰ ਕਰਨ ਤੋਂ ਬਾਅਦ ਉਸ ਵਿਚਾਰਧਾਰਾ ਦੇ ਨਾਲ ਜੁੜ ਕੇ ਜੀਵਨ ਵਿੱਚ ਅਪਣਾਵਾਂਗੇ। ਇਲਮ ਨੂੰ ਪੜ੍ਹਨਾ, ਭਾਵੇਂ ਉਹ ਬਾਣੀ ਨੂੰ ਪੜ੍ਹਨਾ ਹੈ, ਭਾਵੇਂ ਇਤਿਹਾਸ ਨੂੰ ਪੜ੍ਹਨਾ ਹੈ, ਭਾਵੇਂ ਉਹ ਸਿਮਰਨ ਕਰਨਾ, ਇਹ ਵੀ ਪੜ੍ਹਨਾ ਹੀ ਹੈ ਜਿੰਨਾ ਚਿਰ ਸਾਡੇ ਜੀਵਨ 'ਚ ਅਮਲ ਨਹੀਂ ਹੈ। ਇੱਕ ਵਿਦਵਾਨ ਨੇ ਬੜੇ ਭਾਵਪੂਰਤ ਵਚਨ ਕੀਤੇ ਨੇ। ਉਹ ਲਿਖਦਾ ਹੈ, ਇਲਮ ਕੋ ਪੜ੍ਹ ਕੇ ਆਲਮ ਕਹਿਲਾਇਆ ਤੋ ਕਿਆ ਹੁਆ। ਮਨੁੱਖ ਇਲਮ ਨੂੰ ਆਲਮ ਆਖਦੇ ਨੇ, ਵਿਦਵਾਨ ਆਖਦੇ ਨੇ। ਇਲਮ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਸੰਸਾਰੀ ਇਲਮ ਹੋਵੇ, ਭਾਵੇਂ ਉਹ ਧਾਰਮਿਕ ਇਲਮ ਹੋਵੇ। इलम को पढ़ के आलम कहलाया तो क्या हुआ, इलम को पढ़ के उस पे चलना न आया तो। ये सच्चाई है संसार दे विच कि इलम नूं पढ़ के बहुत सारे ऐसे लोग ने कि उस इलम दे मुताबिक इलम नूं पढ़िया जरूर है पर उस दे मुताबिक जिंदगी नूं ढा लिया नहीं। ऐसे भी बहुत ने जिहड़े कि इलम नूं पढ़ लैंदे ने, इतिहास नूं पढ़ लैंदे ने, शुभ सिक्ख्यावां पढ़ लैंदे हन, पर उन्हां नूं अपने जीवन च अपनाउंदे नहीं हन। इस करके सियाणे आखदे ने भी ज्ञान तां कंधां दे उत्ते भी लिखिया हुंदा है,
ਤੇ ਵੀ ਲਿਖਿਆ ਹੁੰਦਾ। ਉਹ ਜੇ ਆਪਾਂ ਪੜ੍ਹ ਲਿਆ ਤੇ ਉਸ ਪੜ੍ਹਨ ਦਾ ਕਿਤਨਾ ਕੁ ਲਾਭ ਹੈ। ਇਸ ਕਰਕੇ ਉਹ ਵਿਦਵਾਨ ਕਹਿੰਦਾ ਹੈ ਕਿ ਇਲਮ ਨੂੰ ਪੜ੍ਹ ਕੇ ਉਸਦੇ ਉੱਤੇ ਚੱਲ ਤੇ ਕੀ ਹੋਇਆ। ਬਹੁਤ ਸਾਰੇ ਲੋਕ ਨੇ ਇਲਮ ਨੂੰ ਪੜ੍ਹਦੇ ਹਨ, ਧਰਮ ਨੂੰ ਪੜ੍ਹਦੇ ਹਨ, ਪਰ ਉਸ ਧਰਮ ਨੂੰ ਪੜ੍ਹ ਕੇ ਚੱਲਦੇ ਨਹੀਂ ਹਨ। ਜਿਵੇਂ ਇੱਕ ਉਦਾਹਰਨ ਦੇਵਾਂ, ਇੱਕ ਮੈਂ ਗਾਥਾ ਪੜ੍ਹ, ਇੱਕ ਬਾਣੀਆ ਹਰ ਰੋਜ਼ ਮੰਦਰ ਜਾਂਦਾ ਸੀ, ਦੁਕਾਨਦਾਰੀ ਕਰਦਾ ਸੀ। ਕੀ ਹੋਇਆ ਕਿ ਇੱਕ ਦਿਨ ਉਸ ਬਾਣੀਏ ਦਾ ਪੁੱਤਰ ਵੀ ਮੰਦਰ ਵਿੱਚ ਗਿਆ। ਉਸਨੇ ਜੋ ਸੁਣਿਆ ਵੀ ਇਹ ਸਾਰੇ ਜੀਵ ਰੱਬ ਦੇ ਹਨ, ਇਹਨਾਂ ਸਾਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ, ਸਭ ਦਾ ਸਤਿਕਾਰ ਕਰਨਾ ਚਾਹੀਦਾ, ਸਾਰਿਆਂ ਵਿੱਚ ਰੱਬ ਹੈ। ਉਹ ਦੁਕਾਨ ਤੇ ਆ ਕੇ ਬੈਠਾ ਤੇ ਇੱਕ ਗਊ ਆਈ, ਕਿਉਂਕਿ ਜਿਹੜੇ ਹਿੰਦੂ ਵੀਰ ਨੇ, ਸਨਾਤਨੀਏ ਨੇ, ਉਹ ਗਊ ਨੂੰ ਮਾਂ ਕਹਿੰਦੇ ਨੇ। ਇਸ ਨੇ ਮੰਦਰ ਵਿੱਚੋਂ ਇਹ ਸੁਣਿਆ ਔਰ ਇਸ ਨੇ ਆ ਕੇ ਦੁਕਾਨ ਖੋਲ੍ਹੀ। ਦੁਕਾਨ ਤੇ ਬੈਠਾ ਇੱਕ ਗਊ ਮਾਤਾ ਆ ਗਈ ਤੇ ਇਸ ਦੇ ਦੁਕਾਨ ਤੇ ਚਨੇ ਪਏ ਸਨ ਤੇ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਸ ਨੇ ਹਟਾਇਆ ਨਹੀਂ, ਵਰਜਿਆ ਨਹੀਂ, ਕਹਿੰਦਾ ਵੀ ਇਹ ਤੇ ਮਾਂ ਹੈ, ਵੀ ਇਸ ਦੇ ਵਿੱਚ ਵੀ ਪਰਮਾਤਮਾ ਹੈ। ਪਰਮਾਤਮਾ ਆਪ ਹੀ ਦੁਕਾਨ ਤੇ ਆਇਆ। ਇਸ ਦਾ ਪਿਓ ਆਇਆ ਤੇ ਉਸਨੂੰ ਬੜਾ ਗੁੱਸਾ ਚੜਿਆ, ਆਖਣ ਲੱਗੇ ਤੁਹਾਨੂੰ ਦਿਸਦਾ ਨਹੀਂ ਵੀ ਇਹ ਗਾਂ ਜਿਹੜੀ ਹੈ ਇਹ ਛੋਲੇ ਖਾ ਰਹੀ ਹੈ। ਪਿਤਾ ਜੀ ਮੈਂ ਤਾਂ ਮੰਦਰ ਗਿਆ ਸੀ ਤੇ ਉੱਥੇ ਸੁਣਿਆ ਕਿ ਇਹ ਸਭ ਰੱਬ ਦੇ ਰੂਪ ਨੇ, ਇਹ ਸਾਰੀਆਂ ਦਾਤਾਂ ਉਸ ਦੀਆਂ ਨੇ ਜੋ ਅਸੀਂ ਵਰਤ ਰਹੇ ਹਾਂ, ਤੇ ਵੈਸੇ ਵੀ ਗਊ ਸਾਡੀ ਮਾਤਾ ਤੇ ਮਾਂ ਨੂੰ ਖਾਣ ਦਾ ਹੱਕ ਹੈ। ਆਖਣ ਲੱਗਾ ਜੇ ਤੂੰ 2 ਦਿਨ ਹੋਰ ਮੰਦਰ ਚਲਾ ਗਿਆ ਤੇ ਮੇਰੀ ਸਾਰੀ ਦੁਕਾਨਦਾਰੀ ਖਤਮ ਕਰ ਦੇਗਾ। ਆਓ ਕੀ ਕਹਿਣ ਦਾ ਮਕਸਦ ਸੀ ਬਾਣੀਏ ਦਾ ਕਿ ਮੰਦਰ ਤਾਂ ਜਾਓ, ਪਰ ਜੋ ਉੱਥੇ ਸੁਣਾਇਆ ਜਾਂਦਾ ਹੈ ਉਸਨੂੰ ਅਮਲ ਵਿੱਚ ਨਾ ਲਿਆਓ, ਕਿਉਂਕਿ ਉਸਨੇ ਅਮਲ ਵਿੱਚ ਲਿਆਂਦਾ ਤੇ ਐਸਾ ਕੀਤਾ। ਇਸ ਕਰਕੇ ਬਹੁਤੇ ਕੰਮ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਗੁਰੂ ਘਰ ਆਉਂਦੇ ਹਾਂ, ਜਾਂ ਕਿਸੇ ਵੀ ਧਰਮ ਗ੍ਰੰਥ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਦੁਨੀਆ ਵਿੱਚ, ਉਹ ਆਪਣੇ ਆਪਣੇ ਧਾਰਮਿਕ ਮੰਦਰਾਂ ਤੇ ਜਾਂਦੇ ਹਨ, ਪਰ ਸੱਚਾਈ ਇਹ ਹੈ ਕਿ ਉੱਥੇ ਹੈ ਉਹ ਅਮਲ ਨਹੀਂ ਸਿੱਖਦੇ। ਕੱਲ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਚੈਨਲ ਤੇ, ਹੈਰਾਨੀ ਹੋਈ ਕਿ ਇੱਕ 70-75 ਸਾਲ ਔਰ ਸ਼ਰਾਬ ਦੇ ਵਾਸਤੇ ਉਹ ਠੇਕੇ ਵੱਲ ਜਾ ਰਿਹਾ। ਨਿਊਜ਼ ਵਾਲੇ ਨੇ ਪੁੱਛ ਲਿਆ ਵੀ ਕੀ ਗੱਲ, ਕਿੱਥੇ ਜਾ ਰਹੇ? ਕਹਿੰਦੇ ਇੱਕ ਪਊਆ ਲੈਣ ਜਾ ਰਹੇ ਹਾਂ। ਉਹ ਆਖਣ ਲੱਗਾ ਤੁਹਾਡਾ ਘਰ ਬੈਠਣ ਦਾ ਸਮਾਂ 75 ਸਾਲ ਉਮਰ ਹੋ ਗਈ। ਕਹਿੰਦੇ ਨੇ ਪਊਏ ਤੋਂ ਬਿਨਾਂ ਕਿਵੇਂ ਰਹਿ ਸਕਦਾ? ਹੁਣ ਜਿਹੜਾ ਬੰਦਾ ਸਿੱਖ ਅਖਵਾਉਂਦਾ ਹੋਵੇ, ਦਾੜੀ ਵੀ ਰੱਖੀ ਹੋਵੇ, ਪੱਗ ਵੀ ਬੰਨੀ ਹੋਵੇ, ਔਰ 75 ਸਾਲ ਦੀ ਉਮਰ ਵਿੱਚ ਠੇਕੇ ਤੇ ਜਾ ਰਿਹਾ ਹੋਵੇ ਔਰ ਲੰਬੀ ਲਾਈਨ ਵਿੱਚ ਲੱਗ ਰਿਹਾ ਹੋਵੇ ਇੱਕ ਪਊਏ ਦੇ ਵਾਸਤੇ, ਤੇ ਉਸ 'ਤੇ ਕੀ ਉਮੀਦ ਕਰੋਗੇ ਵੀ ਉਸਨੇ ਕਿਤਨੇ ਵਾਰੀ ਮੱਥਾ ਗੁਰੂ ਘਰ 'ਚ ਟੇਕਿਆ ਹੋਏਗਾ, ਪਰ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਇਆ ਕੋਈ ਨਹੀਂ। ਉਹਨੂੰ ਪਊਆ ਚਾਹੀਦਾ, ਬਾਰ-ਬਾਰ ਕਹੇ ਜਾ ਮੈਨੂੰ ਇੱਕ ਪਊਆ ਮਿਲ ਜਾਏ ਬਸ ਜ਼ਿੰਦਗੀ ਸਵਰ ਜਾਣੀ। ਨਿਊਜ਼ ਵਾਲਾ ਕਹਿੰਦੇ ਇੱਕ ਪਊਏ ਨਾਲ ਕੀ ਹੋ ਜਾਣਾ? ਕਹਿੰਦੇ ਬਸ ਮੇਰੀ ਤਮਾ ਮਿਟ ਜਾਣੀ। ਖਿਆਲ ਕਰਨਾ, ਇਹ ਮਨੁੱਖ ਦੀ ਹਾਲਤ ਹੈ। ਹੁਣ ਮੈਂ ਇੱਕ ਇੱਥੇ ਬੇਨਤੀ ਕਰਾਂ, ਅਰਜ਼ ਕਰਾਂ, ਸਾਡੇ ਵਿੱਚ ਬਹੁਤ ਸਾਰੇ ਗੁਰਸਿੱਖ ਜਿਹੜੇ ਪੀਂਦੇ ਨੇ। ਉਹਨਾਂ ਨੇ ਕਿਹਾ ਵੀ ਨਿਊਜ਼ ਵਾਲੇ ਨੂੰ ਸਰਦਾਰ ਹੀ ਮਿਲਿਆ ਸੀ, ਵੀ ਸਰਦਾਰ ਨੂੰ ਕਿਉਂ ਫੜਿਆ, ਹੋਰ ਵੀ ਤਾਂ ਪੀਣ ਵਾਲੇ ਖੜੇ ਸੀ। ਉਹਨਾਂ ਨੂੰ ਬੜੀ ਚੁਭਨ ਹੋਈ ਜਿਹੜੇ ਸਿੱਖ ਪੀਂਦੇ ਨੇ। ਵੈਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਨੇ, ਪਰ ਉਹਨਾਂ ਨੂੰ ਗੱਲ ਤਾਂ ਚੁਭੀ ਕਿਉਂਕਿ ਉਹਨਾਂ ਦੀ ਵੀ ਪੋਲ ਨਾਲ ਖੁੱਲ ਰਹੀ ਹੈ। ਉਹ ਬੁੱਢੇ ਦੀ ਥੋੜ੍ਹੀ ਖੁੱਲ ਰਹੀ, ਇਕੱਲੇ ਦੀ, ਬਾਬੇ ਦੀ ਥੋੜ੍ਹੀ ਖੁੱਲ ਰਹੀ ਹੈ, ਹੋਰ ਲੋਕਾਂ ਦੀ ਵੀ ਪੋਲ ਖੁੱਲ ਰਹੀ ਜਿਹੜੇ ਪੀਂਦੇ ਨੇ। ਕਿਉਂਕਿ ਜਿਹੜਾ ਗੁਰੂ ਨਾਨਕ ਨੂੰ ਮੰਨਣ ਵਾਲਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਮੇਰਾ ਇਲਮ ਇਹ ਕਹਿੰਦਾ ਹੈ ਕਿ ਜਿਤ ਪੀਤੈ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਧਿਆਨ ਦਿਓ ਥੋੜਾ ਜਿਹਾ, ਗੁਰੂ ਕਾ ਅਮਲ ਇਹ ਕਹਿੰਦਾ ਹੈ, ਗੁਰੂ ਇਹ ਕਹਿੰਦਾ ਹੈ
ਕਿ ਜਿਸ ਨੂੰ ਪੀਣ ਦੇ ਨਾਲ ਮਤ ਦੂਰ ਹੋ ਜਾਂਦੀ ਹੈ, ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੀ ਹੈ, ਖਸਮ ਦੇ ਘਰੋਂ ਧੱਕੇ ਪੈਂਦੇ ਨੇ ਵੀ ਉਸ ਨੂੰ ਕਿਉਂ ਪੀ ਰਹੇ। ਪਰ ਜਿਹੜੇ ਸਾਹਿਬ ਨੂੰ ਮੱਥਾ ਟੇਕਦੇ ਨੇ ਉਹ ਵੀ ਬੜੇ ਧਰਮ ਕਰਮ ਕਰਦੇ ਨੇ। ਇਲਮ ਉਹਨਾਂ ਨੂੰ ਵੀ ਪਤਾ ਵੀ ਗੁਰੂ ਸਾਹਿਬ ਰੋਕਦੇ ਨੇ, ਐਸੀ ਗੱਲ ਨਹੀਂ। ਉਹਨਾਂ ਨੂੰ ਨਹੀਂ ਪਤਾ ਕਿ दारू ਪੀਣਾ ਗੁਰੂ ਦੇ ਮੁਤਾਬਿਕ, ਗੁਰੂ ਨਾਨਕ ਦੇ ਘਰ ਦੇ ਉਲਟ ਹੈ, ਸਾਨ ਦੇ ਖਿਲਾਫ ਹੈ, ਪਰ ਪੀ ਜਾ ਰਹੇ ਨੇ। ਇਸ ਨੂੰ ਕਹਿੰਦੇ ਨੇ ਇਲਮ ਕੋ ਪੜ੍ਹ ਕੇ ਉਸ 'ਤੇ ਚੱਲਣਾ ਨਾ ਆਇਆ। ਇਲਮ ਪੜ੍ਹਿਆ ਜ਼ਰੂਰ ਪਰ ਚਲੇ ਬਿਲਕੁਲ ਨਹੀਂ। ਕਈ ਸਿੱਖ ਹੋ ਕੇ ਗੁਸਤਾਖੀ ਮਾਫ, ਹੱਥ ਵਿੱਚ ਜਰਦਾ ਲੈ ਕੇ ਮਲੀ ਜਾਣਗੇ। ਹੁਣ ਤੇ ਹੱਦ ਹੀ ਹੋ ਗਈ ਮਾਫ ਕਰਨਾ। ਹੁੱਕੇ ਬਾਰ ਦੇ ਵਿੱਚ ਤੁਹਾਡੇ ਸਿੱਖਾਂ ਦੇ ਬੱਚੇ ਜਾਣੇ ਸ਼ੁਰੂ ਹੋ ਗਏ, ਸਿਗਰਟਾਂ ਤੁਹਾਡੇ ਬੱਚੇ ਪੀਣ ਲੱਗ ਪਏ। ਇਸ ਪਾਸੇ ਸਾਰਾ ਮਾਹੌਲ ਸਾਡਾ ਕਿਸ ਤਰ੍ਹਾਂ ਦਾ ਬਣ ਗਿਆ। ਕਦੀ ਐਸਾ ਸਮਾਂ ਸੀ ਖਾਲਸਾ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਇਤਿਹਾਸ 'ਚ ਆਉਂਦਾ ਵੀ ਘੋੜਾ ਵੀ ਤੰਬਾਕੂ ਦੇ ਖੇਚ ਨਹੀਂ ਗਿਆ। ਖਾਸ ਕਰਕੇ ਸਾਨੂੰ ਸਿੱਖਾਂ ਨੂੰ ਚਾਹੀਦਾ, ਜਿਹੜੇ ਸਿੱਖ ਨੇ, ਜਿਹੜਾ ਨਹੀਂ ਹੈ ਬੇਸ਼ੱਕ ਜੋ ਮਰਜ਼ੀ ਕਰੀ ਜਾਏ, ਸਾਨੂੰ ਕੋਈ ਵਾਸਤਾ ਨਹੀਂ ਉਸਦੇ ਨਾਲ। ਉਹ ਕੀ ਕਰਦਾ ਨਹੀਂ ਕਰਦਾ ਉਸਦੀ ਆਪਣੀ ਪਰਸਨਲ ਜ਼ਿੰਦਗੀ ਹੈ। ਪਰ ਜਿਹੜਾ ਸਿੱਖ ਹੈ ਉਹ ਪਰਸਨਲ ਨਹੀਂ ਹੈ, ਇਹ ਵੀ ਮੈਂ ਬੇਨਤੀ ਕਰਾਂ। ਸਿੱਖ ਜਿਹੜਾ ਹੈ ਉਸਦੇ ਕੋਲ ਦੋ ਤਰ੍ਹਾਂ ਦੀ ਮਰਿਆਦਾ, ਇੱਕ ਸ਼ਖਸੀ ਰਹਿਣੀ ਹੈ ਅਤੇ ਇੱਕ ਪੰਥਕ ਰਹਿਣੀ ਹੈ। ਬਹੁਤ ਸਾਰੇ ਸਿੱਖਾਂ ਨੂੰ ਪਤਾ ਹੀ ਨਹੀਂ ਹੈ। ਇੱਕ ਸ਼ਖਸੀ ਰਹਿਣੀ ਹੈ, ਇੱਕ ਹੈ ਪੰਥਕ ਰਹਿਣੀ। ਸਿੱਖ ਨੂੰ ਪੰਥਕ ਰਹਿਣੀ ਇਹਨਾਂ ਨਸ਼ਿਆਂ ਨੂੰ ਵਰਜਦੀ ਹੈ, ਨਸ਼ਿਆਂ ਤੋਂ ਮੁਕਤ ਕਰਦੀ ਹੈ। ਔਰ ਸ਼ਖਸੀ ਰਹਿਣੀ ਵੀ ਸਾਨੂੰ ਕਹਿੰਦੀ ਵੀ ਇਹ ਨਸ਼ੇ ਨਹੀਂ ਕਰਨੇ। ਸਾਨੂੰ ਇਹ ਦੋਨੇ ਰਹਿਣੀਆਂ ਦੇ ਵਿੱਚ ਪੱਕੇ ਹੋਣਾ ਚਾਹੀਦਾ। ਸ਼ਖਸੀ ਰਹਿਣੀ ਵਾਲਾ ਸ਼ਖਸ ਕਹੇ ਵੀ ਮੇਰੀ ਆਪਣੀ ਮਰਜ਼ੀ, ਮੈਂ ਜੋ ਮਰਜ਼ੀ ਕਰਾਂ, ਪਰ ਤੈਨੂੰ ਪੰਥਕ ਰਹਿਣੀ ਜਿਹੜੀ ਉਹ ਵੀ ਤੇਰੇ ਉੱਤੇ ਗੁਰੂ ਸਾਹਿਬ ਜੀ ਨੇ ਇੱਕ ਜਿਹੜਾ ਹਾਥੀ ਦੇ ਉੱਤੇ ਕੁੰਡਾ ਹੁੰਦਾ ਨਾ, ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਮਰਿਆਦਾ ਦਾ ਕੁੰਡਾ ਲਾਇਆ ਵੀ ਤੂੰ ਪੰਥਕ ਵੀ ਹੈ, ਤੂੰ ਇਕੱਲਾ ਸ਼ਖਸ ਨਹੀਂ ਹੈ, ਸ਼ਖਸੀ ਨਹੀਂ ਹੈ, ਰਹਿਣੀ ਦਾ ਧਾਰਨੀ ਨਹੀਂ, ਤੂੰ ਪੰਥਕ ਵੀ ਹੈ। ਪਾਓ ਕਿ ਸਿੱਖ ਦਾ ਕੋਈ ਵੀ ਕਰਮ ਜਿਹੜਾ ਉਹ ਸਾਰੀ ਕੌਮ ਦੇ ਉੱਤੇ ਉਂਗਲ ਹੁੰਦੀ ਹੈ, ਕਿਉਂਕਿ ਸਿੱਖ ਨੂੰ ਦਾ ਰੂਪ ਰੇਖ ਬਣਾਈ ਗੁਰੂ ਸਾਹਿਬ ਨੇ ਐਸਾ ਹੈ ਜਿਹੜਾ ਲੱਖਾਂ ਵਿੱਚ ਪਹਿਚਾਣਿਆ ਜਾਵੇ, ਵੱਖਰੀ ਪਹਿਚਾਣ ਹੋ ਜਾਂਦੀ ਹੈ, ਵੱਖਰੀ ਡੀਲ ਡੋਲ ਤੋਂ ਪਤਾ ਲੱਗ ਜਾਂਦਾ ਇਹ ਸਿੱਖ ਹੈ। ਇਸ ਕਰਕੇ ਖਾਲਸਾ ਜੀ ਮੈਂ ਬੇਨਤੀ ਕਰਨਾ ਚਾਹਾਂਗਾ, ਜੇ ਆਪਾਂ ਸਿੱਖ ਅਖਵਾਉਂਦੇ ਹਾਂ ਔਰ ਐਸੇ ਕੰਮ ਕਰ ਰਹੇ ਹਾਂ ਜਿਹੜੇ ਕਿ ਸਾਡਾ ਪੰਥ ਰੋਕਦਾ ਹੈ, ਜਿਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੱਗ ਨੂੰ ਦਾਗ ਲੱਗਦਾ ਹੈ, ਭਾਵੇਂ ਉਹ ਕੋਈ ਸਿੱਖ ਅਖਵਾਉਣ ਵਾਲਾ ਪੱਗ ਬੰਨੀ ਹੈ, ਪਰ ਦਾੜੀ ਵਡਾਉਣ ਵਾਲੇ ਨਾਈ ਦੀ ਦੁਕਾਨ 'ਤੇ ਜਾ ਕੇ ਬਹਿ ਜਾਂਦਾ ਹੈ ਅਤੇ ਖਾਲਸਾ ਜੀ ਮਾਫ ਕਰਨਾ, ਲੋਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬੈਠਾ ਹੋਇਆ, ਇਹ ਗੁਰੂ ਨਾਨਕ ਦਾ ਸਿੱਖ ਹੈ। ਅਤੇ ਗੱਲ ਕਿੱਥੇ ਗਈ? ਗੁਰੂ ਨਾਨਕ ਪਾਤਸ਼ਾਹ ਦੇ ਉੱਤੇ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਿਹਾ ਸੀ ਵੀ ਤੇਰਾ ਰੋਮ ਰੋਮ ਜਿਹੜਾ ਹੈ ਉਹ ਪਰਮਾਤਮਾ ਦੇ ਸ਼ੁਕਰ ਵਿੱਚ ਹੋਵੇ। ਕੇਸ ਗੁਰੂ ਕੀ ਮੋਹਰ ਕਹੀ 10ਵੇਂ ਪਾਤਸ਼ਾਹ ਨੇ, ਅਤੇ ਸਿੱਖ ਅਖਵਾਉਣ ਵਾਲਾ ਆਪਣੀ ਮੋਹਰ ਨੂੰ ਵਿਗਾੜੀ ਜਾਂਦਾ ਹੈ। ਇਹਦਾ ਅਰਥ ਹੈ ਕਿ ਸਿੱਖ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ। ਕੋਈ ਐਸਾ ਸਿੱਖਾਂ ਦਾ ਬੱਚਾ ਨਹੀਂ ਹੈ, ਕੋਈ ਵੱਡਾ ਨਹੀਂ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੇਸ ਕੱਟਣੇ ਪੁੱਟਣੇ ਗੁਰਮਤ ਦੇ ਅੰਦਰ ਇਹ ਜਿਹੜੀ ਹੈ ਉਹ ਸਿੱਖੀ ਦੀ ਬੇਅਦਬੀ ਕਰਨੀ ਹੈ। ਅਸੀਂ ਜਾ ਰਹੇ ਹਾਂ, ਤਮਾਕੂ ਅਸੀਂ ਵਰਤੀ ਜਾ ਰਹੇ ਹਾਂ, ਬੇਅਦਬੀ ਕਰੀ ਜਾ ਰਹੇ ਹਾਂ। ਸੋ ਜੀਵਨ ਦੇ ਵਿੱਚ ਇਹ ਚੀਜ਼ਾਂ ਸਾਨੂੰ ਵਿਚਾਰਨੀਆਂ ਚਾਹੀਦੀਆਂ ਹਨ, ਕਿਉਂਕਿ ਇਲਮ ਨੂੰ ਔਰ ਜੇ ਆਪਾਂ ਉਸਦੇ ਉੱਤੇ ਨਹੀਂ ਚੱਲ ਰਹੇ ਤੇ ਐਸੇ ਬੜੇ ਨੇ ਜਿਹੜੇ ਨਹੀਂ ਚੱਲ ਰਹੇ, ਪਰ ਸਾਨੂੰ ਤਾਂ ਚੱਲਣਾ ਚਾਹੀਦਾ ਨਾ। क्यों चलना चाहिए? अगले वचन बड़े प्यारे ने उस विद्वान दे, इलम को पढ़ के आलम कहलाया तो क्या हुआ, इलम को पढ़ के इस पे चलना न आया तो क्या हुआ। इलम को पढ़ना और पढ़ाना इसी में है। इलम नू पढ़ लेना ते दूजे नू पढ़ा देना इसी विच ही है कि उस पर अमल करे, उस इलम दे उत्ते अमल किया जाए। और जे अमल नहीं किया जा रहा, उस इलम नू जीवन विच नहीं उतारिया जा रहा, तो मैनू माफ़ कर देना। फिर वो विद्वान कहता है कि फिर अपना तो समा ही बर्बाद किया है। इलम को पढ़ के उस पर चलना ना आया तो क्या हुआ, की होया जे नहीं आया। इलम को पढ़ना और पढ़ाना इसी में है कि उस पर अमल करे, वरना यूं ही वक्त गवाया तो क्या हुआ।
ਤੂੰ ਐਵੇਂ ਵਕਤ ਗਵਾ ਲਿਆ ਤੇ ਕੀ ਫਾਇਦਾ ਹੋਇਆ ਦੱਸ। ਆਓ ਕਿ ਗੁਰਮਤਿ ਨੂੰ ਪੜ੍ਹਨਾ, ਬਾਣੀ ਨੂੰ ਪੜ੍ਹਨਾ, ਜੀਵਨ ਵਿੱਚ ਨਾਲ ਨਾਲ ਅਮਲ ਕਰਨਾ ਹੈ। ਜਿਵੇਂ ਬੱਚੇ ਨੂੰ ਸਕੂਲ ਭੇਜਦੇ ਨਾ, ਉਹ ਜੋ ਇਲਮ ਪੜ੍ਹਦਾ ਹੈ ਉਸ ਨੂੰ ਅਸੀਂ ਉਹਦੀ ਜ਼ਿੰਦਗੀ ਵਿੱਚ ਉਤਾਰਦੇ ਹਾਂ। ਬੱਚਾ ਸਕੂਲ ਜਾਂਦਾ ਹੈ, ਹੋਮਵਰਕ ਮਿਲਦਾ ਹੈ, ਇੱਥੇ ਤੱਕ ਫਿਰ ਟਿਊਸ਼ਨ ਪੜ੍ਹਨ ਵਾਸਤੇ ਭੇਜ ਦਿੰਦੇ ਹਾਂ ਕਿ ਇਹ ਇਲਮ ਪੱਕਾ ਹੋ ਜਾਏ, ਆਉਣ ਵਾਲੀ ਜ਼ਿੰਦਗੀ ਵਿੱਚ ਇਸ ਦੇ ਕੰਮ ਆਵੇਗਾ। ਉਹ ਗੁਰਮਤਿ ਵੀ ਤਾਂ ਸਾਡੇ ਕੰਮ ਆਉਣ ਵਾਲੀ ਦਾਤ ਹੈ। ਮਾਫ਼ ਕਰਨਾ, ਉਹ ਇਲਮ ਕੁਛ ਘੱਟ ਵੀ ਰਹਿ ਗਿਆ ਤਾਂ ਵੀ ਚੱਲ ਜਾਏਗਾ, ਪਰ ਜੇ ਇਹ ਇਲਮ ਨਹੀਂ ਨਾ ਤਾਂ ਜ਼ਿੰਦਗੀ ਦੇ ਵਿੱਚ ਖੁਸ਼ੀ ਨਹੀਂ ਆ ਸਕਦੀ, ਚਹਿਚਾਟ ਨਹੀਂ ਆ ਸਕਦੀ, ਪੰਛੀਆਂ ਦੇ ਵਾਂਗ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਵਿੱਚ ਖੁਸ਼ੀ ਹੋਵੇ, ਸਾਡੇ ਜੀਵਨ ਵਿੱਚ ਖੇੜਾ ਹੋਵੇ, ਤੇ ਉਸ ਖੇੜੇ ਦੀ ਪ੍ਰਾਪਤੀ ਵਾਸਤੇ, ਆਨੰਦ ਦੀ ਪ੍ਰਾਪਤੀ ਵਾਸਤੇ ਸਾਨੂੰ ਫਿਰ ਪੰਛੀਆਂ ਕੋਲੋਂ ਸਿੱਖਣਾ ਚਾਹੀਦਾ ਹੈ। ਬਾਬਾ ਫਰੀਦ ਜੀ ਆਖ ਰਹੇ ਨੇ, ਦੇਖੋ ਨਾ ਤੁਸੀਂ, ਪੰਛੀ ਸ਼ਾਮ ਨੂੰ ਆਲਣੇ ਵਿੱਚ ਆਉਂਦੇ ਨੇ, ਆ ਕੇ ਚਹਿਚਹਾਉਂਦੇ ਨੇ, ਬੜੇ ਪ੍ਰਸੰਨ ਹੁੰਦੇ ਨੇ, ਉਹਨਾਂ ਦੇ ਚਿਹਰੇ 'ਤੇ ਲੱਗਦਾ ਬੜੀ ਮੁਸਕਾਨ ਹੈ। ਸਵੇਰ ਉੱਠਦੇ ਨੇ, ਫਿਰ ਚਹਿਚਹਾਉਂਦੇ ਨੇ, ਬੜੇ ਪ੍ਰਸੰਨ ਹੁੰਦੇ ਨੇ। ਮੈਂ ਜਦੋਂ ਧਿਆਨ ਨਾਲ ਤੱਕਦਾ ਹਾਂ ਤੇ ਪੰਛੀ ਹੀ ਨਜ਼ਰ ਆਉਂਦੇ ਨੇ ਜਿਹੜੇ ਕਿ ਹਰ ਵੇਲੇ ਪ੍ਰਸੰਨ ਨੇ। ਰਾਤ ਨੂੰ ਜਦੋਂ ਘਰ ਆਏ ਤਾਂ ਵੀ ਉਹ ਸ਼ੁਕਰਾਨੇ 'ਚ ਬੋਲਦੇ ਨੇ, ਉਹਨਾਂ ਦੇ ਘਰ ਦੇ ਵਿੱਚੋਂ ਬੜੀ ਚਹਿਚਾਟ ਦੀ ਆਵਾਜ਼ ਆਉਂਦੀ ਹੈ, ਖੁਸ਼ੀ ਦੀ ਆਵਾਜ਼ਾਂ ਆਉਂਦੀਆਂ ਨੇ। ਸਵੇਰੇ ਉੱਠਦੇ ਨੇ ਤੇ ਸਤਿਗੁਰੂ ਕਹਿੰਦੇ ਨੇ, ਕੱਕਰ ਚੁਗਨ ਥਲ ਵਸਨ, ਉਹ ਕੱਕਰ ਚੁਗਦੇ ਹਨ, ਥਲ 'ਤੇ ਵਸਦੇ ਹਨ। ਪਰ ਹੈਰਾਨੀ ਦੀ ਗੱਲ ਕਿ ਸਵੇਰੇ ਉੱਠਦੇ ਸਾਰ ਵੀ ਉਹ ਚਹਿਚਹਾਉਂਦੇ ਨੇ। ਐਸਾ ਕਿਉਂ ਹੈ ਉਹਨਾਂ ਕੋਲ? ਐਸੀ ਕਿਹੜੀ ਚੀਜ਼ ਹੈ ਜਿਹੜੀ ਕਿ ਉਹਨਾਂ ਨੂੰ ਪ੍ਰਸੰਨ ਰੱਖਦੀ ਹੈ, ਉਹਨਾਂ ਨੂੰ ਸਾਡੇ ਵਰਗੇ ਨਹੀਂ ਬਣਾਉਂਦੀ? ਉਹਨਾਂ ਦੇ ਕੋਲ ਸ਼ਾਮ ਨੂੰ ਜਦ ਆ ਜਾਂਦੇ ਨੇ ਤੇ ਅਗਲੇ ਦਿਨ ਦਾ ਖਾਣਾ ਨਹੀਂ ਹੁੰਦਾ ਉਹਨਾਂ ਕੋਲ, ਪਰ ਰਾਤ ਨੂੰ ਜਦੋਂ ਆਪਣੇ ਬੱਚਿਆਂ ਕੋਲ ਆਉਂਦੇ ਨੇ ਨਾ ਪੰਛੀ, ਤਾਂ ਬੜੇ ਪ੍ਰਸੰਨ ਹੁੰਦੇ ਹੈ, ਬੜੇ ਖੁਸ਼ ਹੁੰਦੇ ਨੇ। ਜਦੋਂ ਸਵੇਰ ਹੁੰਦੀ ਹੈ, ਉੱਠਦੇ ਸਾਰ ਬੜੇ ਪ੍ਰਸੰਨ ਨੇ। ਸਾਡੇ ਤਾਂ ਸਵੇਰੇ ਉੱਠਦੇ ਸਾਰ ਵੀ ਮੱਥੇ 'ਤੇ ਤੂੜੀਆਂ ਨੇ, ਰਾਤੀ ਵਾਪਸ ਆਉਂਦੇ ਤਾਂ ਵੀ ਮੱਥੇ 'ਤੇ ਤੂੜੀਆਂ ਨੇ। ਉਹਨਾਂ ਵਿੱਚ ਐਸਾ ਕੀ ਹੈ ਤੇ ਸਾਡੇ ਕੋਲ ਨਹੀਂ ਹੈ? ਬਾਬਾ ਫਰੀਦ ਜੀ ਨੇ ਜਿੱਥੇ ਜ਼ਿਕਰ ਕੀਤਾ ਹੈ ਵੀ ਉਹ ਕਿਹੜੀ ਦਾਤ ਹੈ ਜਿਹੜੀ ਉਹਨਾਂ ਪੰਛੀਆਂ ਕੋਲ ਹੈ। ਬਾਬਾ ਫਰੀਦ ਜੀ ਆਖਣ ਲੱਗੇ, ਕਹਿੰਦੇ ਨੇ ਪੰਛੀਆਂ ਕੋਲ ਜੋ ਦਾਤ ਹੈ ਉਹ ਹੈ ਕਿ ਉਹ ਰੱਬ ਨੂੰ ਚੇਤੇ ਰੱਖਦੇ ਹੈ, ਇਸ ਕਰਕੇ ਪ੍ਰਸੰਨ ਰਹਿੰਦੇ ਨੇ। ਉਹਨਾਂ ਨੂੰ ਵਾਹਿਗੁਰੂ ਦੇ ਉੱਤੇ ਭਰੋਸਾ ਹੈ ਪੂਰਾ ਕਿ ਅੱਜ ਸ਼ਾਮ ਹੋਈ ਹੈ, ਅੱਜ ਦਾ ਝੁੱਗਾ ਮਿਲ ਗਿਆ ਹੈ, ਅੱਜ ਦਾ ਦਾਣਾ ਮਿਲ ਗਿਆ ਹੈ, ਕੱਲ੍ਹ ਨੂੰ ਪਰਮਾਤਮਾ ਆਪ ਦੇਗਾ। ਕੋਈ ਲਾਲਸਾ ਨਹੀਂ ਲੈ ਕੇ ਬੈਠੇ ਹੋਏ ਪੰਛੀ ਵੀ ਕੱਲ੍ਹ ਦਾ ਕੀ ਬਣੇਗਾ ਮੇਰਾ। ਇੱਕ ਮਨੁੱਖ ਹੀ ਐਸਾ ਹੈ ਜਿਹੜਾ ਕਿ ਕੱਲ੍ਹ ਦੀ ਲਾਲਸਾ ਦੇ ਵਿੱਚ ਜਿਉਂਦਾ ਹੈ, ਦੁਖੀ ਹੁੰਦਾ ਹੈ, ਮੱਥੇ 'ਤੇ ਤੂੜੀਆਂ ਨੇ, ਪਰੇਸ਼ਾਨ ਹੈ, ਪਜਲ ਹੁੰਦਾ ਹੈ। ਪਰ ਪੰਛੀ ਜਿਹੜੇ ਨੇ ਉਹ ਪਜਲ ਨਹੀਂ ਹੁੰਦੇ। ਉਹ ਭਾਵੇਂ ਚੁਗਦੇ ਨੇ ਕੰਕੜ ਤੇ ਪੱਥਰ, ਰੋੜੇ ਜਿਹੜੇ ਨੇ ਛੋਟੇ ਛੋਟੇ ਮਿੱਟੀ ਦੇ ਕਣ, ਇੱਟਾਂ ਦੇ ਕਣ, ਉਹਨਾਂ ਨੂੰ ਚੁੱਕ ਕੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦੇ ਆ। ਬਾਬਾ ਫਰੀਦ ਜੀ ਕਹਿੰਦੇ, ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਹਾਂ। ਉਹਨਾਂ ਦੇ ਕੋਲੋਂ ਮੈਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਮਨੁੱਖਾ ਜੀਵਨ ਕਿਵੇਂ ਜੀਣਾ ਚਾਹੀਦਾ ਹੈ, ਕਿਤਨੀ ਕੋਈ ਤ੍ਰਿਪਤੀ ਮਨੁੱਖ ਨੂੰ ਹੋਣੀ ਚਾਹੀਦੀ ਹੈ ਜੀਵਨ ਦੇ ਅੰਦਰ। ਕਿਉਂਕਿ ਜੇ ਇੱਕ ਦਿਨ ਸਭ ਕੁਝ ਇਕੱਠਾ ਕਰਕੇ ਵੀ ਛੱਡੀ ਜਾਣਾ, ਜੋ ਪਿਛਲੇ ਸਲੋਕਾਂ ਵਿੱਚ ਅਸੀਂ ਪੜ੍ਹ ਕੇ ਆਏ ਹਾਂ, ਜਦੋਂ ਮਲਕਲ ਮੌਤ ਨੇ ਆ ਜਾਣਾ ਤੇ ਸਾਰੇ ਦਰਵਾਜ਼ੇ ਜਿਹੜੇ ਧਨ ਦੇ ਲਾਏ ਸਨ, ਪਰਿਵਾਰ ਦੇ ਲਾਏ ਸਨ, ਉਸ ਮੌਤ ਨੇ ਭੰਨ ਦੇਣੇ ਨੇ, ਤੋੜ ਦੇਣੇ ਨੇ।
ਤਾਂ ਪਿਆਰ ਵਾਲਿਓ ਕੋਈ ਐਸਾ ਕੰਮ ਕਰੀਏ ਜਿਹਦੇ ਨਾਲ ਜ਼ਿੰਦਗੀ ਵਿੱਚ ਪ੍ਰਸੰਨਤਾ ਬਣੀ ਰਹੇ। ਤੇ ਬਾਬਾ ਫਰੀਦ ਜੀ ਬੜੇ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ, ਉਦਾਹਰਨ ਦਿੱਤੀ ਹੈ ਪੰਛੀਆਂ ਦੀ, ਸਮਝਾ ਰਹੇ ਨੇ। ਫਰੀਦਾ ਹੂੰ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ। ਹੇ ਫਰੀਦ, ਮੈਂ ਉਹਨਾਂ ਪੰਛੀਆਂ ਤੋਂ ਸਦਕੇ ਜਾਂਦਾ ਹਾਂ। ਹੋਣ ਦਾ ਅਰਥ ਹੈ ਮੈਂ ਉਹਨਾਂ ਪੰਛੀਆਂ, ਤਿੰਨ ਪੰਖੀਆਂ ਦਾ ਅਰਥ ਹੈ ਉਹਨਾਂ ਪੰਛੀਆਂ ਤੋਂ। ਕਿਹਨਾਂ ਤੋਂ? ਜੰਗਲ ਜਿਨ੍ਹਾਂ ਵਾਸ, ਜਿਨ੍ਹਾਂ ਦਾ ਵਾਸਾ ਜੰਗਲ ਵਿੱਚ ਹੈ, ਜੰਗਲ 'ਚ ਰਹਿੰਦੇ ਨੇ, ਬਿਆਬਾਨ 'ਚ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਪੱਕੇ ਘਰ ਨਹੀਂ ਹਨ। ਹਨੇਰੀ ਚੱਲਦੀ ਹੈ ਤੇ ਕਈ ਵਾਰੀ ਜਿਸ ਰੁੱਖ 'ਤੇ ਨਿਵਾਸ ਕੀਤਾ ਉਹ ਵੀ ਟੁੱਟ ਜਾਂਦਾ, ਘਰ ਵੀ ਨਹੀਂ ਹੈ। ਆਲਣੇ ਵੀ ਹਵਾ ਦੇ ਵਿੱਚ ਕਈ ਵਾਰੀ ਆਇਆ ਘਰ ਹੁੰਦਾ, ਉਹ ਵੀ ਉਹਨਾਂ ਕੋਲ ਨਹੀਂ ਰਹਿੰਦਾ। ਫਿਰ ਵੀ ਸਭ ਕੁਛ ਹੋਣ ਤੋਂ ਬਾਅਦ ਵੀ ਉਹ ਬੜੇ ਪ੍ਰਸੰਨ ਰਹਿੰਦੇ ਹਨ। ਆਖਣ ਲੱਗੇ ਕੱਕਰ ਚੁਗਨ ਥਲ ਵਸਨ। ਉਹਨਾਂ ਪੰਛੀਆਂ ਦਾ ਜਿੱਥੇ ਜੰਗਲ ਵਿੱਚ ਨਿਵਾਸ ਹੈ, ਰੋੜ ਚੁਗਦੇ ਨੇ, ਪੋਹੇ ਉੱਤੇ ਵਸਦੇ ਹਨ, ਜ਼ਮੀਨ 'ਤੇ ਵਸਦੇ ਹਨ। ਪਰ ਕਮਾਲ ਦੀ ਗੱਲ ਹੈ, ਰੱਬ ਨਾ ਛੋਡਣ ਪਾਸ, ਪਰ ਰੱਬ ਦਾ ਆਸਰਾ ਨਹੀਂ ਛੱਡਦੇ। ਰੱਬ ਦੇ ਉੱਤੇ ਪੂਰਨ ਯਕੀਨ ਹੈ ਉਹਨਾਂ ਨੂੰ ਕਿ ਜਿਸ ਨੇ ਅੱਜ ਰਿਜ਼ਕ ਦਿੱਤਾ ਹੈ ਨਾ, ਉਹ ਕੱਲ ਵੀ ਦੇਵੇਗਾ। ਇਸ ਕਰਕੇ ਉਹਨਾਂ ਦੇ ਆਲਣੇ ਦੇ ਵਿੱਚ ਚਹਿਚਾਟ ਹੈ, ਰਾਤ ਨੂੰ ਵੀ ਚਹਿਚਾਟ ਹੈ। ਉਸ ਚਹਿਚਾਟ ਵਿੱਚ ਹੀ ਸੋ ਜਾਂਦੇ ਨੇ, ਸਵੇਰ ਉੱਠਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਫਿਰ ਉਹ ਪ੍ਰਸੰਨ ਹੁੰਦੇ ਨੇ, ਚਹਿਚਾਉਂਦੇ ਹਨ, ਫਿਰ ਰਿਜ਼ਕ ਵਾਸਤੇ ਚਲੇ ਜਾਂਦੇ ਨੇ। ਉਦਮ ਉਹ ਵੀ ਕਰਦੇ ਹੈ। ਪਰ ਹੈਰਾਨੀ ਦੀ ਗੱਲ ਬਾਬਾ ਫਰੀਦ ਕਹਿੰਦੇ ਨੇ, ਉਹਨਾਂ ਵਿੱਚ ਕੁਆਲਿਟੀ ਇਹ ਹੈ ਕਿ ਰੱਬ ਨਾ ਛੋਡਣ ਪਾਸ, ਰੱਬ ਦਾ ਪਾਸਾ ਨਹੀਂ ਛੱਡਦੇ, ਰੱਬ ਦਾ ਆਸਰਾ ਨਹੀਂ ਛੱਡਦੇ। ਪਰ ਦੂਜੇ ਪਾਸੇ ਵੇਖੋ ਕਿ ਮਹਿਲਾਂ ਵਿੱਚ ਰਹਿਣ ਵਾਲੇ, ਪਲੇ ਹੋਏ ਸਰੀਰ ਵਾਲੇ, ਪਰ ਰੱਬ ਨੂੰ ਚੰਗੇ ਨੇ। ਬਾਬਾ ਫਰੀਦ ਜੀ ਕਹਿੰਦੇ ਜੋ ਰੁੱਖਾਂ ਦੇ ਆਲਣੇ ਬਣਾ ਲੈਂਦੇ ਹਨ, ਰੁੱਖਾਂ 'ਤੇ ਹੀ ਆਪਣੇ ਆਲਣੇ ਘਰ ਬਣਾ ਲੈਂਦੇ ਹਨ, ਰੋੜ ਚੁੱਕ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਫਿਰ ਵੀ ਰੱਬ ਨੂੰ ਚੇਤੇ ਕਰਦੇ ਹਨ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ, ਪਰਮਾਤਮਾ ਨਾਲ ਪਿਆਰ ਕਰਦੇ ਨੇ। ਬੰਦੇ ਕੋਲ ਇਤਨੀਆਂ ਚੀਜ਼ਾਂ ਨੇ, ਇਤਨੀਆਂ ਦਾਤਾਂ ਨੇ, ਪਰ ਰੱਬ ਦੇ ਨਾਲ ਬੰਦੇ ਦਾ ਪਿਆਰ ਨਹੀਂ, ਰੱਬ ਨਾਲ ਪ੍ਰੀਤ ਨਹੀਂ ਬੰਦੇ ਦੀ। ਮਹਿਲਾਂ ਦੇ ਵਿੱਚ ਰਹਿੰਦਾ ਹੈ, ਉਹਨਾਂ ਵਿੱਚ ਪਲਦਾ ਹੈ, ਸਰੀਰ ਵੱਡਾ ਹੁੰਦਾ ਹੈ, ਪਰ ਉੱਥੇ ਰਹਿ ਕੇ ਵੀ ਇਹ ਰੱਬ ਨੂੰ ਭੁਲਾ ਦਿੰਦਾ, ਪਰਮਾਤਮਾ ਨੂੰ ਭੁਲਾ ਦਿੰਦਾ, ਪਰਮਾਤਮਾ ਨਾਲ ਪਿਆਰ ਨਹੀਂ ਕਰਦਾ। ਇਸ ਕਰਕੇ ਗੁਰਬਾਣੀ ਨੇ ਸਾਨੂੰ ਪਿਆਰ ਵਾਲਿਓ ਇਹ ਗੱਲ ਸਮਝਾਈ ਹੈ ਕਿ ਜੇ ਤੇਰੀ ਪ੍ਰੀਤ ਨਹੀਂ ਹੈ ਨਾ, ਤੇ ਸੱਚ ਹੈ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅਤ ਦਾ ਸੁੰਦਰ ਹੋਵੇਂ ਤੋਂ, ਕੁਲੀਨ, ਕੁਲੀਨ ਦਾ ਅਰਥ ਉੱਚੀ ਕੁਲ ਵਿੱਚ ਜਨਮ ਹੋਇਆ ਹੋਵੇ, ਚਤੁਰ ਦਾ ਅਰਥ ਹੈ ਬੜਾ ਸਿਆਣਾ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ, ਮੁਖ ਦੇ ਵਿੱਚ ਗਿਆਨ ਦੀਆਂ ਗੱਲਾਂ ਹੋਣ। ਮੁਖ ਧਨਵੰਤ ਦਾ ਅਰਥ ਹੈ ਬੜਾ ਧਨੀ ਹੋਵੇ, ਬੜਾ ਅਮੀਰ ਹੋਵੇ, ਧਨ ਦੇ ਅਮਾਲ ਲੱਗੇ ਹੋਣ। ਇਕੱਲੇ ਆਪਣੇ ਜੀਵਨ ਵਾਸਤੇ ਨਹੀਂ, ਕਈ ਪੀੜ੍ਹੀਆਂ ਦਾ ਧਨ ਤੇਰੇ ਕੋਲ ਹੋਵੇ। ਪਰ ਸਾਧੂ ਕਹਿੰਦੇ ਨੇ ਮ੍ਰਿਤਕ ਕਹੀਏ ਨਾਨਕਾ, ਮਨੁੱਖ ਫਿਰ ਆਤਮਿਕ ਮੌਤੇ ਮਰਿਆ ਹੋਇਆ, ਜੇ ਪ੍ਰੀਤ ਨਹੀਂ ਭਗਵਾਨ, ਜੇ ਫਿਰ ਵੀ ਪਰਮਾਤਮਾ ਨੂੰ ਪਿਆਰ ਨਹੀਂ ਕਰ ਰਿਹਾ, ਫਿਰ ਉਹ ਰੁੱਖਾਂ 'ਤੇ ਆਲਣਾ ਬਣਾ ਕੇ ਰਹਿਣ ਵਾਲੇ ਪੰਛੀ ਜਿਹੜੇ ਨੇ, ਜਿਹੜੇ ਰੋੜ ਚੁੱਕ ਕੇ ਗੁਜ਼ਾਰਾ ਕਰਦੇ ਨੇ, ਬਾਬਾ ਫਰੀਦ ਕਹਿੰਦੇ ਉਹ ਚੰਗੇ ਨੇ, ਕਿਉਂਕਿ ਰੱਬ ਨੂੰ ਚੇਤੇ ਕਰਦੇ ਨੇ, ਤੇ ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਜਾਂਦਾ ਹਾਂ। ਔਰ ਬਾਬਾ ਫਰੀਦ ਜੀ ਨੇ ਤੇ ਇੱਥੇ ਤੱਕ ਕਿਹਾ ਬਾਣੀ ਵਿੱਚ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਜਮਾਨੀ ਚਲੇ ਜਾਏ, ਮੈਨੂੰ ਕੋਈ ਫਿਕਰ ਨਹੀਂ ਹੈ, ਪਰ ਮੇਰਾ ਪਿਆਰ ਨਹੀਂ ਟੁੱਟਣਾ ਚਾਹੀਦਾ। ਭਗਤਾਂ ਨੇ ਤਾਂ ਹੀ ਕਿਹਾ ਕਿ ਰੱਬਾ
ਕਰਵਤ ਭਲਾ ਨ ਕਰਵਟ ਤੇਰੀ, ਲਾਗ ਗਲੇ ਸੁਨ ਬੇਨਤੀ ਮੇਰੀ। ਹੂੰ ਵਾਰੀ ਮੁਖ ਫੇਰ ਪਿਆਰੇ, ਕਰਵਤ ਦੇ ਮੁਖ ਕਾਹੇ ਕੋ ਮਾਰੇ। ਕੈਸਾ ਜੀਵਨ ਹੈ ਭਗਤਾਂ ਦਾ। ਕਹਿੰਦੇ ਰੱਬਾ ਸਿਰ ਤੇ ਆਰਾ ਚੱਲ ਜਾਏ ਪ੍ਰਮਾਣ ਹੈ, ਪਰ ਤੇਰੀ ਪਿੱਠ ਨਹੀਂ ਹੋਣੀ ਚਾਹੀਦੀ, ਤੇਰੇ ਨਾਲ ਪਿਆਰ ਨਹੀਂ ਟੁੱਟਣਾ ਚਾਹੀਦਾ। ਰੱਬ ਵਾਲਾ ਪਾਸਾ ਫੜਿਆ ਹੋਇਆ, ਇੱਥੇ ਤੱਕ ਪਿਆਰ ਕੀਤਾ ਹੈ ਭਗਤਾਂ ਨੇ। ਭਗਤ ਰਵਿਦਾਸ ਜੀ ਆਖਦੇ ਨੇ ਕਿ ਇੱਕ ਦਿਨ ਪਰਮਾਤਮਾ ਨੇ ਮੈਨੂੰ ਪੁੱਛਿਆ ਵੀ ਹੇ ਰਵਿਦਾਸ ਤੂੰ ਮੈਨੂੰ ਪਿਆਰ ਕਰਦਾ? ਤੇ ਰਵਿਦਾਸ ਜੀ ਕਹਿੰਦੇ ਮੈਂ ਆਖਿਆ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਮੈਂ ਪਿਆਰ ਕਰਦਾ ਹੀ ਨਹੀਂ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਸੱਚਾ ਪਿਆਰ ਮੈਂ ਤੇਰੇ ਨਾਲ ਜੋੜਿਆ ਹੋਇਆ। ਤੁਮ ਸਿਓ ਜੋਰ ਅਵਰ ਸੰਗ ਤੋਰੀ, ਤੇਰੇ ਨਾਲ ਜੋੜ ਕੇ ਹੋਰ ਸਾਰਿਆਂ ਨਾਲ ਤੋੜ ਲਈਏ ਪ੍ਰੀਤ ਮੈਂ। ਤੂੰ ਪਿਆਰ ਕਰਦਾ? ਕਹਿੰਦੇ ਹਾਂ। ਇੱਕ ਗੱਲ ਦੱਸ, ਜੇ ਮੈਂ ਪਹਾੜ ਬਣ ਜਾਵਾਂ ਤੂੰ ਕਿਵੇਂ ਪਿਆਰ ਕਰੇਗਾ ਮੇਰੇ ਨਾਲ? ਤੂੰ ਤੇ ਧਰਤੀ ਤੇ ਰਹਿਣਾ। ਤੇ ਬਾਬਾ ਫਰੀਦ ਜੀ ਕਹਿੰਦੇ ਜੇ ਰੱਬਾ ਤੁਸੀਂ ਪਹਾੜ ਬਣ ਗਏ ਨਾ ਤੇ ਮੈਂ ਮੋਰ ਬਣ ਕੇ ਪਹਿਲਾਂ ਪਾਵਾਂਗਾ, ਇਸ ਤਰ੍ਹਾਂ ਤੈਨੂੰ ਪਿਆਰ ਕਰਾਂਗਾ। ਕਹਿੰਦੇ ਚੱਲ ਇੱਥੇ ਇਹ ਤਾਂ ਫਿਰ ਜੋ ਧਰਤੀ ਤੇ ਪਹਾੜਾਂ ਦੀ ਗੱਲ ਹੈ, ਪਰ ਜੇ ਅਸਮਾਨ ਦੇ ਵਿੱਚ ਮੈਂ ਚੰਦਰਮਾ ਬਣ ਜਾਵਾਂ ਫਿਰ ਕਿਵੇਂ ਪਿਆਰ ਕਰੇਗਾ? ਕਹਿੰਦੇ ਜਿਵੇਂ ਚਕੋਰ ਤੈਨੂੰ ਪਿਆਰ ਕਰਦੀ ਹੈ। ਕਹਿੰਦੇ ਭਗਤ ਰਵਿਦਾਸ ਜੀ ਦੀਆਂ ਰੱਬ ਦੇ ਨਾਲ ਗੱਲਾਂ ਹੋਈਆਂ ਵੀ ਜੇ ਮੈਂ ਤੀਰਥ ਬਣ ਜਾਵਾਂ, ਕਹਿੰਦੇ ਮੈਂ ਯਾਤਰੀ ਬਣ ਜਾਵਾਂਗਾ। ਕਹਿੰਦੇ ਜੇ ਰੱਬ ਜੀ ਕਹਿੰਦੇ ਮੈਂ ਦੀਵਾ ਬਣ ਜਾਵਾਂ, ਕਹਿੰਦੇ ਫਿਰ ਮੈਂ ਬੱਤੀ ਬਣ ਜਾਵਾਂਗਾ। ਤੇਰੇ ਬਗੈਰ ਨਹੀਂ ਰਹਿ ਸਕਦਾ, ਤੇਰੇ ਬਗੈਰ ਮੇਰੀ ਹੋਂਦ ਕੋਈ ਨਹੀਂ। ਬੜੇ ਪਿਆਰੇ ਬਚਨ ਨੇ, ਜੋ ਤੁਮ ਗਿਰਬਰ ਤੂੰ ਹਮ ਮੋਰਾ। ਹੇ ਰੱਬਾ ਜੇ ਤੂੰ ਗਿਰਬਰ ਪਹਾੜ ਬਣ ਜਾਏ ਤੇ ਮੈਂ ਮੋਰ ਬਣ ਜਾਵਾਂਗਾ, ਮੋਰ ਬਣ ਕੇ ਪਹਿਲਾਂ ਪਾਵਾਂਗਾ, ਤੈਨੂੰ ਪਿਆਰ ਕਰਾਂਗਾ, ਤੈਨੂੰ ਛੱਡ ਕਿਵੇਂ ਦਿਆਂ, ਤੇਰੇ ਆਸਰੇ ਰਹਾਂਗਾ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈਂ ਚਕੋਰਾ। ਜੇ ਤੂੰ ਚੰਦਰਮਾ ਬਣ ਜਾਏ ਤੇ ਮੈਂ ਚਕੋਰ ਬਣ ਕੇ ਤੈਨੂੰ ਪਿਆਰ ਕਰਾਂਗਾ। ਜੋ ਤੁਮ ਤੀਰਥ ਤੋ ਹਮ ਜਾਤੀ, ਜੋ ਤੁਮ ਦੀਵਰਾ ਤੋ ਹਮ ਬਾਤੀ। ਜੇ ਤੂੰ ਦੀਵਾ ਬਣ ਜਾਏ ਮੈਂ ਬੱਤੀ ਬਣ ਜਾਵਾਂਗਾ, ਜੇ ਤੂੰ ਤੀਰਥ ਬਣ ਜਾਏ ਤੇ ਮੈਂ ਯਾਤਰੀ ਬਣ ਕੇ ਤੇਰੇ ਤੱਕ ਪਹੁੰਚਾਂਗਾ, ਪਰ ਤੇਰਾ ਪਿਆਰ ਨਹੀਂ ਛੱਡ ਸਕਦਾ। ਮਾਧਵੇ ਤੁਮ ਨਾ ਤੋਰੋ ਤੋ ਹਮ ਨਾ ਤੋਰੈ। ਮੈਂ ਤੇਰੇ ਨਾਲ ਨਹੀਂ ਤੋੜ ਸਕਦਾ। ਫਿਰ ਇੱਥੇ ਤੱਕ ਕਿਹਾ ਕਿ ਕਹਿੰਦੇ ਜਹ ਜਹ ਜਾਉ ਤਹ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ। ਤੁਮਰੇ ਭਜਨ ਕਟੈ ਜਮ ਫਾਸਾ, ਭਗਤ ਹੇਤ ਗਾਵੈ ਰਵਿਦਾਸਾ। ਭਗਤੀ ਵਾਸਤੇ ਰਵਿਦਾਸ ਤੈਨੂੰ ਗਾਉਂਦਾ ਪਰਮਾਤਮਾ। ਇਹ ਹੈ ਪਿਆਰ, ਇਹ ਹੈ ਪ੍ਰੀਤ, ਇਹ ਹੈ ਰੱਬ ਵਾਲਾ ਪਾਸਾ। ਜੇ ਪੰਛੀ ਰੱਬ ਵਾਲੇ ਪਾਸੇ ਨੇ, ਉਸਦੇ ਆਸਰੇ ਨੇ ਤਾਂ ਬਾਬਾ ਫਰੀਦ ਕਹਿੰਦੇ ਮੈਂ ਫਿਰ ਉਹਨਾਂ ਪੰਛੀਆਂ ਤੋਂ ਬਲਿਹਾਰ ਆ ਬੰਦੇ, ਤੇਰੇ ਤੋਂ ਬਲਿਹਾਰ ਨਹੀਂ ਆ। ਪਰ ਜੇ ਕਿਤੇ ਤੂੰ ਵੀ ਨਾਮ ਜਪੇ ਤੇ ਸਤਿਗੁਰ ਕਹਿੰਦੇ ਮੈਂ ਫਿਰ ਬੰਦੇ ਤੋਂ ਵੀ ਬਲਿਹਾਰ ਜਾਂਦਾ। ਹੋਂ ਕੁਰਬਾਨਾ ਜਾਓ ਮਿਹਰਬਾਨਾ, ਹੋਂ ਕੁਰਬਾਨਾ ਜਾਓ, ਹੋਂ ਕੁਰਬਾਨਾ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ ਹੋਂ ਸਰ ਕੁਰਬਾਨਾ ਜਾਓ। ਮੈਂ ਹਮੇਸ਼ਾ ਕੁਰਬਾਨ ਜਾਂਦਾ ਜਿਹੜੇ ਤੇਰੇ ਨਾਮ ਨੂੰ ਜਪਦੇ ਮਾਲਕਾ, ਜਿਹੜੇ ਰੱਬ ਨੂੰ ਨਹੀਂ ਛੱਡਦੇ। ਇੱਥੇ ਇੱਕ ਹੋਰ ਮੈਂ ਬੇਨਤੀ ਕਰਾਂ, ਬਾਬਾ ਫਰੀਦ ਜੀ ਇਹ ਕਹਿਣਾ ਚਾਹੁੰਦੇ ਨੇ ਦਾਤਾਂ ਭਾਵੇਂ ਘੱਟ ਹੋਣ, ਪਰ ਤੇਰਾ ਪਿਆਰ ਪਰਮਾਤਮਾ ਨਾਲ ਐਸਾ ਹੋਣਾ ਚਾਹੀਦਾ ਹੈ ਜਿਵੇਂ ਇੱਕ ਸੁਹਾਗਣ ਦਾ ਪਿਆਰ ਆਪਣੇ ਪਤੀ ਨਾਲ ਹੈ। ਹੁਣ ਸੁਹਾਗਣ ਪਿਆਰ ਕਰਦੀ ਪਤੀ ਨੂੰ, ਪਰ ਪਤਾ ਕਿੱਦਾਂ ਦਾ ਪਿਆਰ ਹੈ? ਉਹ ਆਖਦੀ ਹੈ ਦੇਖ ਮੇਰੇ ਪਤੀ ਪਰਮੇਸ਼ਰ, ਮੇਰੇ ਖਸਮ ਤੋਂ ਮੈਨੂੰ ਬਹੁਤ ਕੁਝ ਸੁੱਖ ਦਿੱਤੇ ਨੇ, ਮੈਂ ਬੜਾ ਤੇਰੇ ਨਾਲ ਰਹਿ ਕੇ ਆਨੰਦ ਮਾਣਿਆ ਜ਼ਿੰਦਗੀ ਦਾ, ਪਰ ਜੇ ਕਿਤੇ ਤੇਰੇ ਨਾਲ ਰਹਿੰਦਿਆਂ ਕਿਤੇ ਤੇਰੇ ਕੋਲ ਕੁਛ ਵੀ ਨਾ ਰਵੇ ਤਾਂ ਵੀ ਮੈਂ ਤੇਰਾ ਸਾਥ ਨਹੀਂ ਛੱਡ ਸਕਦੀ। ਉਹ ਕਹਿੰਦਾ ਹੁਣ ਤਾਂ ਮੇਰੇ ਕੋਲ ਕੁਛ ਨਹੀਂ ਰਿਹਾ, ਮੈਂ ਕੰਗਾਲ ਹੋ ਗਿਆ, ਮੇਰੇ ਕੋਲ ਤੈਨੂੰ ਦੇਣ ਵਾਸਤੇ ਕੁਛ ਨਹੀਂ। ਤੇ ਉਹ ਸੁਹਾਗਣ ਪਤਾ ਕੀ ਆਖਦੀ ਹੈ? ਕਹਿੰਦੇ ਨੇ ਤੇਰੇ ਕੋਲ ਅੱਜ ਕੁਛ ਵੀ ਨਹੀਂ ਹੈ, ਪਰ ਮੈਂ ਤੇਰੇ ਨਾਲ ਹੀ ਹਾਂ। ਰੁੱਖੋ ਭੋਜਨ ਭੂਮ ਸੈਨ, ਰੁੱਖਾ ਭੋਜਨ ਦੇ ਦੇਈ, ਤੇਰੇ ਨਾਲ ਹੀ ਰਹਾਂਗੀ। ਪਰ ਭੂਮ ਸੈਨ ਦਾ ਅਰਥ ਹੈ ਜ਼ਮੀਨ ਤੇ ਸੋਨਾ ਮਿਲ ਜਾਏ ਪਰ ਤੇਰਾ ਸਾਥ ਨਹੀਂ ਛੱਡਣਾ। ਇਹ ਸੁਹਾਗਣ ਦੀਆਂ ਨਿਸ਼ਾਨੀਆਂ ਨੇ। ਸਿੱਖ ਵੀ ਸੁਹਾਗਣ ਦੇ ਵਾਂਗ ਹੀ ਹੁੰਦਾ ਹੈ, ਪਰਮਾਤਮਾ ਨਾਲ ਐਡਾ ਪਿਆਰ ਕਰਦਾ ਹੈ ਵੀ ਰੁੱਖਾ ਭੋਜਨ ਮਿਲ ਜਾਏ, ਜ਼ਮੀਨ ਤੇ ਸੋਨਾ ਮਿਲ ਜਾਏ,
रूखो भोजन भूम सैन, सखी प्रै संग सुख ब्यात, है सखी पति दे नाल सुखी वसेंगी। मैं पति नाल ही खुश हाँ, पति नाल ही आनंद माणांगी। इस तरह ਦਾ ਜੀਵਨ ਸਿੱਖਦਾ ਹੈ ਕਿ ਉਹ ਆਪਣੇ ਪ੍ਰਭੂ ਦੇ ਨਾਲ ਰਹਿ ਕੇ ਆਨੰਦਿਤ ਹੁੰਦਾ ਹੈ। ਇੱਥੇ ਇਹ ਸਮਝਾਉਣਾ ਚਾਹੁੰਦੇ ਨੇ ਕਿ ਜੇ ਐਸਾ ਜੀਵਨ ਤੂੰ ਧਾਰਨ ਕਰ ਲਵੇਂ, ਇਹ ਪੰਛੀਆਂ ਕੋਲ ਹੈ ਉਹ ਚਹਿਚਾਟ, ਉਹ ਮੁਸਕਰਾਨ, ਉਹ ਹਰ ਵੇਲੇ ਪ੍ਰਸੰਨ ਰਹਿੰਦੇ ਨੇ। ਜਿਸ ਹਾਲਤ ਵਿੱਚ ਵੀ ਨੇ, ਭਾਵੇਂ ਉਹ ਜ਼ਮੀਨ 'ਤੇ ਰਹਿੰਦੇ ਨੇ, ਉਹ ਭਾਵੇਂ ਰੋੜੇ ਚੁਗਦੇ ਨੇ, ਕੱਕਰ ਚੁਗਦੇ ਨੇ, ਪਰ ਰੱਬ ਦਾ ਪਾਸਾ ਨਹੀਂ ਛੱਡਦੇ, ਉਸਦੇ ਨਾਲ ਜੁੜੇ ਰਹਿੰਦੇ ਨੇ, ਵਾਹਿਗੁਰੂ ਦੇ ਆਸਰੇ ਰਹਿੰਦੇ ਨੇ। ਕੱਲ੍ਹ ਦੀ ਉਹਨਾਂ ਨੂੰ ਕੋਈ ਫਿਕਰ ਨਹੀਂ। ਸੱਚ ਜਾਣਾ ਜਿਹੜਾ ਭਗਤ ਬਣ ਜਾਏਗਾ ਉਸ ਨੂੰ ਵੀ ਕੱਲ੍ਹ ਦੀ ਕੋਈ ਫਿਕਰ ਨਹੀਂ ਹੋਏਗੀ। ਉਹ ਕਹੇਗਾ ਦਾਤਾ ਤੂੰ ਅੱਜ ਦਿੱਤਾ ਹੈ, ਕੱਲ੍ਹ ਵੀ ਦੇਵੇਂਗਾ। ਤੂੰ ਤਾਂ ਉਦੋਂ ਵੀ ਦਿੱਤਾ ਸੀ ਜਬ ਦਾਂਤ ਨਾ ਥੇ ਤਬ दूध दिया, ਜਦੋਂ ਮੇਰੇ ਦੰਦ ਨਹੀਂ ਸਨ ਨਾ ਤੂੰ ਦੁੱਧ ਦਿੱਤਾ ਮੈਨੂੰ। ਅਬ ਦਾਂਤ ਦੀਏ ਕਿਆ ਰੋਜੀ ਨਾ ਦੇਗਾ, ਜੇ ਹੁਣ ਦੰਦ ਦਿੱਤੇ ਨੇ ਤੇ ਰੋਜੀ ਨਹੀਂ ਦੇਗਾ। ਬੰਦੇ ਨੂੰ ਰੋਜੀ ਦੀ ਸਭ ਤੋਂ ਜ਼ਿਆਦਾ ਫਿਕਰ ਹੈ। ਰੋਜੀ ਵਿੱਚ ਰਾਜਕ ਨੂੰ ਭੁੱਲ ਜਾਂਦਾ। ਤੇ ਇੱਥੇ ਬਾਬਾ ਫਰੀਦ ਜੀ ਕਹਿੰਦੇ ਰੋਜੀ ਦੇ ਪਿੱਛੇ ਰਾਜਕ ਨੂੰ ਨਾ ਭੁਲਾਈ, ਪੰਛੀਆਂ ਕੋਲੋਂ ਸਿੱਖ ਲੈ। ਫਿਰ ਕਹਿ ਰਹੇ ਨੇ ਫਰੀਦਾ ਰੁੱਤ ਫੇਰੀ ਮਨ ਕੰਬਿਆ, ਪਤ ਚੜੇ ਚੜ ਪਾਹੇ। ਮੌਸਮ ਬਦਲ ਗਿਆ, ਮੌਸਮੇ ਬਹਾਰ ਤੋਂ ਮੌਸਮੇ ਫਿਜ਼ਾ ਆ ਗਈ। ਪਤਝੜ ਦੀ ਰੁੱਤ ਫੇਰੀ, ਮੌਸਮ ਬਦਲ ਗਿਆ। ਜੰਗਲ ਦਾ ਬੂਟਾ ਬੂਟਾ ਹਿਲ ਗਿਆ। ਬਣ ਕੰਬਿਆ, ਬਣ ਦਾ ਅਰਥ ਹੈ ਜੰਗਲ, ਕੰਬਿਆ ਦਾ ਅਰਥ ਹੈ ਹਿਲ ਗਿਆ। ਪੱਤ ਝੜੇ ਚੜ ਪਾਏ, ਪੱਤਰ ਝੜ ਰਹੇ ਹਨ। ਜਦੋਂ ਰੁੱਤ ਚੇਂਜ ਹੋਈ, ਪਤਝੜ ਦੀ ਹੋਈ, ਮੌਸਮੇ ਬਹਾਰ ਤੋਂ ਮੌਸਮੇ ਫਿਜ਼ਾ ਆਈ, ਪਤਝੜ ਆ ਗਈ, ਸਾਰੇ ਪੱਤੇ ਡਿੱਗੇ ਧਰਤੀ ਤੇ। ਆਖਣ ਲੱਗੇ ਬਾਬਾ ਫਰੀਦ ਜੀ, ਕਹਿੰਦੇ ਨੇ ਫਰੀਦਾ ਰੁੱਤ ਫੇਰੀ ਬਣ ਕੰਬਿਆ, ਪਤ ਝੜੇ ਚੜ ਪਾਏ, ਚਾਰੇ ਕੁੰਡਾ ਢੂੰਡਿਆਂ ਰਹਿਣ ਕਿਥਾਉ ਨਾਏ। ਜੰਗਲ ਦੇ ਚਾਰੇ ਪਾਸੇ ਢੂੰਡ ਵੇਖੇ ਹਨ, ਥਿਰਤਾ ਕਿਤੇ ਵੀ ਨਹੀਂ ਹੈ। ਸਭ ਕੁਝ ਨਾਸਵੰਤ ਹੈ। ਪੱਤੇ ਝੜ ਰਹੇ ਨੇ। ਮੌਸਮੇ ਬਾਹਰ ਮੌਸਮੇ ਫਿਜ਼ਾ ਵਿੱਚ ਤਬਦੀਲ ਹੋ ਰਹੀ ਹੈ। ਨਾ ਤਾਂ ਰੁੱਤ ਇੱਕੋ ਜਿਹੀ ਰਹਿੰਦੀ ਹੈ, ਨਾ ਹੀ ਰੁੱਖ ਤੇ ਰੁੱਖਾਂ ਦੇ ਪੱਤਾ ਸਦਾ ਟਿਕੇ ਰਹਿੰਦੇ ਹਨ। ਕਿਉਂਕਿ ਸਮਾਂ ਗੁਜ਼ਰਨ ਤੇ ਇਸ ਮਨੁੱਖ ਉੱਤੇ ਬੁਢੇਪਾ ਆ ਜਾਂਦਾ ਹੈ ਤੇ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹਨ। ਆਖਿਰ ਜਗਤ ਤੋਂ ਤੁਰਨਾ ਹੀ ਪੈਂਦਾ ਹੈ। ਰਹਿਣ ਕਿਥਾਉ ਨਹੀਂ, ਇੱਥੇ ਕੋਈ ਵੀ ਰਹੇਗਾ ਨਹੀਂ। ਸੰਸਾਰ ਦੇ ਵਿੱਚ ਜਾਣਾ ਹੀ ਪੈਣਾ ਹੈ। ਹੁਣੇ ਦਾਸ ਨੇ ਮੰਗਲਾ ਚਰਨ ਪੜ੍ਹਿਆ ਸੀ, ਜਿਨ੍ਹਾਂ ਨੇ ਧਿਆਨ ਨਾਲ ਸਰਵਣ ਕੀਤਾ ਹੋਏਗਾ। ਮੰਗਲਾ ਚਰਨ ਵਿੱਚ ਬਚਨ ਸਨ, ਗੁਰੂ ਸਾਹਿਬ ਆਖ ਰਹੇ ਸਨ ਕਿ ਦੇਖ ਇਹ ਜੀਵਨ ਜਿਹੜਾ ਹੈ ਨਾ, ਇਹ ਤੇਰਾ ਮੁੱਕਦਾ ਜਾ ਰਿਹਾ ਹੈ। ਤਰਵਰ ਵਿਛੁੰਨੇ ਨਾ ਪਾਤ ਜੁੜਤੇ। ਤਰਵਰ ਕਹਿੰਦੇ ਰੁੱਖ ਨੂੰ, ਰੁੱਖ ਦੇ ਜਿਹੜੇ ਪੱਤੇ ਲੱਗੇ ਨੇ ਨਾ, ਉਹ ਇੱਕ ਵਾਰੀ ਟੁੱਟ ਜਾਣ। ਤਰਵਰ ਵਿਛੁੰਨੇ ਵਿਛੜ ਜਾਣ, ਨਾ ਪਾਤ ਜੁੜਤੇ, ਜਮ ਮਗ ਗੌਣ ਇਕੇਲੀ। ਇਸ ਤਰ੍ਹਾਂ ਇਹ ਵੀ ਇੱਕ ਦਿਨ ਜਿੱਦਾਂ ਸਰੀਰ ਤੋਂ ਵਿਛੜ ਗਈ ਆਤਮਾ, ਫਿਰ ਇਕੱਲੀ ਰਹਿ ਜਾਏਗੀ। ਇਸ ਨੇ ਵੀ ਝੜ ਜਾਣਾ, ਇਸ ਨੇ ਵੀ ਨਹੀਂ ਰਹਿਣਾ। ਜਿਵੇਂ ਕਿ ਰੁੱਤ ਵੀ ਸਦਾ ਇੱਕੋ ਜਿਹੀ ਨਹੀਂ ਰਹਿੰਦੀ, ਰੁੱਖ ਤੇ ਰੁੱਖਾਂ ਦੇ ਪੱਤੇ ਵੀ ਇੱਕੋ ਜਿਹੇ ਨਹੀਂ ਰਹਿੰਦੇ, ਉਹ ਝੜ ਜਾਂਦੇ ਨੇ, ਟਿਕੇ ਨਹੀਂ ਰਹਿੰਦੇ। ਸਮਾਂ ਗੁਜ਼ਰਨ ਤੇ ਇਸ ਮਨੁੱਖ ਦੇ ਉੱਤੇ ਬੁਢੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਪੈ ਜਾਂਦੇ ਨੇ। ਆਖਿਰ ਜਗਤ ਨੂੰ ਤੋਂ ਤੁਰਨਾ ਹੀ ਪੈਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਇਸ ਕਰਕੇ ਚਿੰਤਾ ਕਿਉਂ ਕਰਦਾ ਹੈ, ਪਰਮਾਤਮਾ ਦੇ ਨਾਮ ਨਾਲ ਕਿਉਂ ਨਹੀਂ ਜੁੜਦਾ, ਉਸ ਪਾਸੇ ਨੂੰ ਛੱਡ ਕੇ ਕਿਉਂ ਬੈਠਾ ਹੋਇਆ। ਪੰਛੀ ਤਾਂ ਉਸ ਪਾਸੇ ਲੱਗੇ ਹੋਏ ਨੇ, ਪਰ ਤੂੰ ਉਸ ਪਾਸਾ ਛੱਡ ਕੇ ਬੈਠਾ ਹੋਇਆ। ਆਖਿਰ ਇੱਕ ਦਿਨ ਤੁਰ ਜਾਣਾ। ਇਸ ਕਰਕੇ ਚਿੰਤਾ ਵਿੱਚ ਜ਼ਿੰਦਗੀ ਨਾ ਬਤੀਤ ਕਰ, ਪਰਮਾਤਮਾ ਦਾ ਚਿੰਤਨ ਕਰ, ਕਿਉਂਕਿ ਇਸ ਦਿਨ ਇਹ ਸਰੀਰ ਤੇਰੇ ਕੋਲ ਨਹੀਂ ਰਹੇਗਾ। ਬੰਦਾ ਕਈ ਵਾਰ ਇਹ ਕਹਿੰਦਾ ਕਿ ਮੈਂ ਅੱਗੇ ਦਾ ਇੰਤਜ਼ਾਮ ਕਰ ਰਿਹਾ, ਅੱਗੇ ਦਾ ਇੰਤਜ਼ਾਮ ਕਰ ਰਿਹਾ, ਪਰ ਗੁਸਤਾਖੀ ਮੁਆਫ। ਕਰੋੜੋਂ ਰੁਪਏ ਇਕੱਠੇ ਕਰ ਲੈਣੇ ਤੇ ਅੱਜ ਹੀ ਪ੍ਰਾਣ ਨਿਕਲ ਜਾਣ ਤੇ ਕਿ ਇਹ ਅੱਗੇ ਦਾ ਇੰਤਜ਼ਾਮ ਸੀ, ਇਹ ਤਾਂ ਤੇਰੇ ਕੰਮ ਹੀ ਨਹੀਂ ਆਏ। ਅੱਗੇ ਦਾ ਇੰਤਜ਼ਾਮ ਤਾਂ ਰਹਿਰਾਸ ਹੈ, ਰਾਹ ਦੀ ਪੂੰਜੀ ਹੈ, ਉਹ ਨਾਮ ਹੈ।
ਇੱਕ ਵਿਦਵਾਨ ਨੂੰ ਮੈਂ ਪੜ੍ਹ ਰਿਹਾ ਸੀ, ਆਖਣ ਲੱਗੇ ਸੁਰਖਰੂ ਜ਼ਿੰਦਗੀ ਉਹ ਹੁੰਦੀ ਹੈ ਕਿ ਸੰਸਾਰ ਦੇ ਵਿੱਚ ਦਸਾਂ ਨੋਹਾਂ ਦੀ ਕਿਰਤ ਕਰਦੇ ਹੋਏ, ਆਪਣੇ ਪਰਿਵਾਰ ਦੀ ਪਾਲਣਾ ਕਰਦੇ ਹੋਏ, ਦਿੱਤੇ ਹੋਏ ਰੱਬ ਵੱਲੋਂ ਜਿਹੜੇ ਸੁੱਖ ਪਦਾਰਥ ਨੇ ਉਹਨਾਂ ਨੂੰ ਹੰਢਾਉਂਦੇ ਹੋਏ, ਜਿਨ੍ਹਾਂ ਸੰਸਾਰ ਤੋਂ ਜਾਣ ਦੀ ਵਾਰੀ ਆਵੇ ਉਹਨਾਂ ਸੰਸਾਰ ਦਾ ਧਨ ਵੀ ਬਰਾਬਰ ਸਰਾਬਰ ਹੀ ਰਵੇ। ਤੇ ਸਮਝ ਲਓ ਕਿ ਇਸ ਮਨੁੱਖ ਨੇ ਇਹ ਪਾਪਾਂ ਤੋਂ ਮਾਇਆ ਨਹੀਂ ਸੀ ਇਕੱਠੀ ਕੀਤੀ, ਸਗੋਂ ਇਸ ਨੇ ਮਾਇਆ ਜੋ ਗੁਰੂ ਕੇ ਸਿਧਾਂਤ ਨੇ ਉਸ ਵਿੱਚ ਰਹਿ ਕੇ ਇਕੱਠੀ ਕੀਤੀ। ਆਓ ਕਿ ਜਿਸ ਦਿਨ ਪ੍ਰਾਣ ਨਿਕਲਣ ਉਸ ਦਾ ਬੈਂਕ ਬੈਲੈਂਸ ਵੀ ਪੂਰਾ ਹੋ ਜਾਏ। ਪ੍ਰਾਣ ਨਿਕਲ ਗਏ ਨੇ, ਬੈਂਕਾਂ ਭਰੀਆਂ ਪਈਆਂ ਨੇ, ਬਹੁਤ ਧਨ ਛੱਡ ਦਿੱਤਾ ਪਿੱਛੇ। ਤੇ ਸੱਚ ਜਾਣਨਾ ਸਕ ਪੈਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਮੁਤਾਬਿਕ ਕਿਤੇ ਐਸਾ ਤਾਂ ਨਹੀਂ ਕਿ ਪਾਪਾ ਵਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਈ, ਕਿ ਪਾਪਾ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਜੇ ਇਤਨੀ ਬੈਂਕਾਂ ਅਜੇ ਵੀ ਭਰੀਆਂ ਨੇ ਤੇ ਪਾਪਾ ਤੋਂ ਬਿਨਾਂ ਸ਼ਾਇਦ ਇਹ ਇਕੱਠੀ ਨਹੀਂ ਹੁੰਦੀ ਤੇ ਮਰਨ ਲੱਗਿਆਂ ਸਾਥ ਨਹੀਂ ਜਾਂਦੀ। ਤੇ ਫਿਰ ਜੋ ਥੋੜ੍ਹਾ ਸ਼ੱਕ ਪੈਂਦਾ ਹੈ ਕਿ ਕਿਤੇ ਐਸਾ ਤਾਂ ਨਹੀਂ ਕਿ ਹੱਕ ਪਰਾਇਆ ਨਾਨਕਾ ਉਸ ਸੁਅਰ ਉਸ ਗਾਏ, ਕਿਤੇ ਪਰਾਇਆ ਹੱਕ ਤੇ ਨਹੀਂ ਬਹੁਤਾ ਇਕੱਠਾ ਕਰ ਲਿਆ। ਕਿਉਂਕਿ ਗੁਰਪੀਰ ਨੇ ਹਾਮੀ ਭਰਨੀ ਹੈ, ਗੁਰਪੀਰ ਹਾਮਾ ਤਾਂ ਪ੍ਰਜਾ ਮੁਰਦਾਰ ਨਾ ਖਾਏ, ਪਰਾਇਆ ਹੱਕ ਨਹੀਂ ਖਾਂਦਾ। ਇਸ ਕਰਕੇ ਪਿਆਰ ਵਾਲਿਓ, ਜੀਵਨ ਦੀ ਇਹ ਸੁਚੱਜੀ ਜਾਂਚ ਜੋ ਬਾਬਾ ਫਰੀਦ ਜੀ ਸਮਝਾ ਰਹੇ ਹਨ ਔਰ ਇੱਥੇ ਦੱਸ ਰਹੇ ਹਨ ਕਿ ਸਮਾਂ ਗੁਜ਼ਰਨ 'ਤੇ ਇਸ ਮਨੁੱਖ ਉੱਤੇ ਵਡੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਹੋ ਜਾਂਦੇ ਨੇ, ਆਖਿਰ ਜਗਤ ਤੋਂ ਤੁਰ ਪੈਂਦਾ ਹੈ। ਇਸ ਕਰਕੇ ਸੰਸਾਰ ਤੋਂ ਤੁਰਨ ਤੋਂ ਪਹਿਲਾਂ ਉਸ ਰੱਬ ਦੇ ਨੇੜੇ ਹੋ ਜਾਈਏ, ਰੱਬ ਵਾਲਾ ਪਾਸਾ ਅਪਣਾ ਲਈਏ ਤਾਂ ਕਿ ਮਾਲਕ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਈਏ ਔਰ ਸੰਸਾਰ ਦੇ ਵਿੱਚੋਂ ਉਸ ਦੀ ਰਜਾ ਵਿੱਚ ਜਾਈਏ ਤਾਂ ਕਿ ਜਾਣ ਲੱਗਿਆਂ ਕੋਈ ਦੁੱਖ ਨਾ ਹੋਵੇ। ਔਰ ਇਹ ਅਹਿਸਾਸ ਰੱਖੀਏ ਕਿ ਇਹ ਸਰੀਰ ਦੇ ਵਿੱਚ ਹੋ ਰਹੀ ਜਿਹੜੀ ਤਬਦੀਲੀ ਹੈ ਇਹ ਪਰਮਾਤਮਾ ਦੇ ਪੈਗਾਮ ਆਉਣ ਦੀ ਤਬਦੀਲੀ ਹੈ, ਉਹਦੇ ਸੱਦੇ ਆਉਣ ਦੀ ਨਿਸ਼ਾਨੀ ਹੈ ਕਿ ਸੱਦਾ ਆਉਣ ਵਾਲਾ ਹੈ। ਇਸ ਕਰਕੇ ਸੱਦੇ ਦੀ ਤਿਆਰੀ ਕਰ ਔਰ ਇਹ ਤਿਆਰੀ ਹੈ ਨਾਮ ਜਪਣਾ, ਪਰਮਾਤਮਾ ਦੇ ਨਾਲ ਇਕਮਿਕ ਹੋਣਾ। ਕਿਉਂਕਿ ਐਸਾ ਹੋਣਾ ਹੈ ਪਾਵਤ ਰਲਿਆ ਜੋਬਨ ਬਲਿਆ, ਨਾਮ ਬਿਨਾ ਸਭ ਤਰਨ ਗਡਲਿਆ। ਨਾਮ ਤੋਂ ਬਿਨਾਂ ਸਭ ਧਰਤੀ ਵਿੱਚ ਹੀ ਗੱਡਿਆ ਜਾਣਾ ਹੈ। ਇਸ ਕਰਕੇ ਨਾਮ ਹੀ ਤੇਰੇ ਜੀਵਨ ਦਾ ਆਧਾਰ ਹੋਵੇ। ਨਾਮ ਬਿਨਾਂ ਮਾਟੀ ਸੰਗ ਰਲਿਆ, ਨਾਮ ਤੋਂ ਬਿਨਾਂ ਤੇ ਤੂੰ ਮਿੱਟੀ ਵਿੱਚ ਰਲ ਜਾਏਗਾ। ਆਓ ਕਿ ਨਾਮ ਹੀ ਤੈਨੂੰ ਸੁਰਖਰੂ ਕਰੇਗਾ ਔਰ ਨਾਮ ਹੀ ਰੱਬ ਦੇ ਦਰਗਾਹ ਤੈਨੂੰ ਪ੍ਰਵਾਨ ਕਰਾਏਗਾ। ਇਸ ਕਰਕੇ ਰੱਬ ਵਾਲਾ ਪਾਸਾ ਚੁਣ ਅਤੇ ਸੰਸਾਰ ਦੇ ਪਦਾਰਥਾਂ ਦੀ ਮਾਇਆ ਦੀ ਫਿਕਰ ਚਿੰਤਾ ਨਾ ਕਰ। ਇਸ ਤਰ੍ਹਾਂ ਬਾਬਾ ਫਰੀਦ ਜੀ ਨੇ ਦੋਨੇ ਸਲੋਕਾਂ ਵਿੱਚ ਸਾਨੂੰ ਪ੍ਰੇਰਨਾ ਕੀਤੀ ਹੈ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ, ਗੁਰੂ ਕੇ ਬਚਨ ਹਿਰਦੇ 'ਚ ਵਸਾਣਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਰਮ ਨ ਜਾਣਾ, ਸਾਰ ਨ ਜਾਣਾ ਤੇਰੇ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ। ਵਾਰ ਸਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤਰ ਰਮਣੰਗ, ਨਾਨਕ ਅਗਨਾਸਨ ਜਗਦੀਸ਼ੁਰ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤਰ ਰਮਣੰਗ, ਨਾਨਕ ਅਗਨਾਸਨ ਜਗਦੀਸ਼ੁਰ ਹੈ। ਵੇਖਣ ਸੁਣਨ ਸੁਣਾਵਨੋ,
मन में दृढ़ साच, पूर रहो सर्वत्र में, नानक हर रंग राच। पौड़ी। हर एक निरंजन गाइए, सब अंतर सोई। करण कारण समरथ, प्रभु जो करे सो होई। खिन में थाप उथापदा, तिस बिन नहीं कोई। खंड ब्रह्मंड पाताल दीप, रविया सब लोई। जिस आप बुझाए सो बुझसी, निर्मल जन सोई। खंड ब्रह्मंड पाताल दीप, रविया सब लोई। जिस आप बुझाए सो बुझसी, निर्मल जन सोई। वाहिगुरु जी का खालसा, वाहिगुरु जी की फतेह। सतनाम श्री वाहिगुरु जी। सोहेला राग गौड़ी देव की महला पहला। एक ओंकार सतगुर प्रसाद, जय कर कीर्ता करते का होए विचारो। तित कर गावो सोहेला सिमरो सिरजनहारो। तुम गावो मेरे निरपहो का सोहेला, हों वारी जी सोहेला सदा सुख होए रहाओ। नित नित जियाड़े संभालियन, देखेगा देवनहार। तेरे दाने कीमत ना पवित, दाते कम समार। सम्मत साहा लिखिया मिल कर पावो, तेल देव सज्जन असी सड़ियाँ महा हुआ। सूरज एक रुत अनेक, नानक कड़ते के केते वेश। राग तनासरी महला पहला। गगन में थाल रवचंद दीपक बने, तारका मंडल जनक मोती। तुह बने आलो पवन चबरो, करे सकल बन राय फुलंत ज्योति। कैसी आरती हुई बहुखंडा, तेरी आरती अनता शब्द बाजंत पहरी रहाओ। सहस तब नैन नैन है तो एक सहस मुरत नायक, तो ही सहस पद विमल नंद। राग गोड़ी पूरी महला चौथा। काम क्रोध नगर को भरया मिल, साधु खंडल खंडा है। पूरब लिखत लिखे गुर पाया, मन हाले मंडल मंडा है। कर साधु अंजलि पन बड्डा है, कर डंडोत पन बड्डा है रहाओ। साकत हर रस साध न जाने, तनंतर हो में कंडा है। जो जो चल हैं चुभ है, दुख पावे हैं। जम काल सह से डंडा है। हर जन हर हर नाम समाने, दुख जन्म मरण पो खंडा है। अविनाशी प्रभु पाया परमेश्वर, बहुत सौ खंड ब्रह्मंडा है। हम गरीब मस्कीन प्रभु तेरे, हर राख राख बड़ बड्डा है। जन नानक नाम धार टेकर, नामे ही सुख मंडा है। राग गौड़ी पूरी महला पंजवा। करो बिनंती सुनो मेर मेता, सन टहल की बेला। इहाँ खाट चलो भाग्य नारे, मन गुण मिलका सवारे रहाओ। ए संसार विकार संशय में तरियो, ब्रह्म ज्ञानी जिसै जगाए प्यावे। एह रस अकथ कथा तिन जानी, जाकू आए सोई बिहाजू। हर गुण ते मनै बसेरा, निज कर महल पाओ सुख न होय गो फेरा। अंतर जामी सरदा मन की पूरे, नानक दास यह सुख मांगै। मोको कर संतन की धूरे, पुरख विधाते सरदा मन की पूरे। नानक यह सुख मांगै, मोको कर संतन की धूरे। वाहिगुरु जी का खालसा, वाहिगुरु जी की फतेह। तुधिया